ਹੁਣ ਬਰਾਤ ਆਏਗੀ, ਪ੍ਰਾਹੁਣੇ ਆਣਗੇ, ਤੇਰੇ ਘਰ ਕੀ ਰਹਿ ਗਿਆ? ਹੁਣ ਇਹ ਸਾਰਾ ਕੁਝ ਉਹ ਕਿਵੇਂ ਛਕਣਗੇ? ਆਵੇ ਅਬ ਬਰਾਤ ਕਿਆ ਖਾਹੀ, ਤੁਰਨ ਤਿਆਰ ਹੋਤ ਕਸ ਨਾਹੀ। ਕਹਿੰਦਾ ਹੈ ਉਹਦੇ ਘਰ ਦੀ, ਕਹਿੰਦੀ ਹੁਣ ਬਰਾਤ ਆਏਗੀ, ਹੁਣ ਉਹ ਕੀ ਛਕੇਗੀ? ਸਾਰਾ ਕੁਝ ਤੇ ਤੂੰ ਛਕਾ ਦਿੱਤਾ ਹੈ, ਰਹਿ ਤੇ ਹੁਣ ਘਰ ਵਿੱਚ ਕੁਝ ਵੀ ਨਹੀਂ ਗਿਆ। ਕਿਸ ਪ੍ਰਕਾਰ ਲਾਜ ਰਹਿ ਆਵਹਿ, ਸਗਰੇ ਜਗਤ ਨਿੰਦ ਪ੍ਰਗਟਾਵਹਿ। ਹੁਣ ਲਾਜ ਕਿਵੇਂ ਰਹੇਗੀ ਆਪਣੀ? ਸਾਡੀ ਤੇ ਕੋਈ ਲਾਜ ਨਹੀਂ ਰਹਿਣੀ, ਬੇਇੱਜ਼ਤੀ ਹੋ ਜਾਏਗੀ ਲੋਕਾਂ ਨੂੰ, ਲੋਕੀ ਬੜੀ ਨਿੰਦਾ ਕਰਨਗੇ। ਉਧਰੋਂ ਲੜਕੀ ਦਾ ਵਿਆਹ ਰੱਖਿਆ, ਮਠਾਈਆਂ ਸਾਰੀਆਂ ਤਿਆਰ ਕਰਾਈਆਂ, ਪਰ ਖਾਣ ਛਕਣ ਵਾਸਤੇ ਤੇ ਕੁਝ ਵੀ ਨਾ ਰਿਹਾ। ਇੱਕ ਸੰਚਿਤ ਸੀਹੇ ਨਿਜ ਨਾਰੀ, ਤਾਂ ਕੋ ਦੀਨ ਦਿਲਾਸੋ ਭਾਰੀ। ਸ਼ੀਂਹ ਨੇ ਜਦੋਂ ਵੇਖਿਆ, ਉਹਦੀ ਘਰ ਦੀ ਗਹਿਰੀ ਚਿੰਤਾ ਵਿੱਚ, ਸ਼ੀਂਹਾ ਆਪਣੀ ਘਰ ਦੀ ਨੂੰ ਦਿਲਾਸੇ ਦਿੰਦਾ, ਭਾਗਵਾਨ ਨੇ ਤੂੰ ਚਿੰਤਾ ਨਾ ਕਰ, ਕਿਉਂਕਿ ਸ਼ੀਂਹੇ ਦਾ ਭਰੋਸਾ ਕਿਤੇ ਹੋਰ ਹੈ। ਸਤਿਗੁਰ ਆਸ ਧਰੋ ਮਨ ਮਾਹੀ, ਐ ਪਰ ਵਿਚਾਰ ਕਰੋ ਕੋ ਨਾਹੀ। ਉਹ ਕਹਿੰਦਾ ਹੈ ਆਪਣੀ ਘਰ ਵਾਲੀ ਨੂੰ, ਇਹਨੇ ਭਾਗਵਾਨ ਨੇ ਆਪਣੇ ਹਿਰਦੇ ਦੇ ਅੰਦਰ ਗੁਰੂ ਦੀ ਵਿਚਾਰ ਕਰ, ਹੋਰ ਨਾ ਕੋਈ ਵੀ ਦਿਲਾਸਾ ਰੱਖ। ਗੁਰੂ ਬੜਾ ਵੱਡਾ ਬਲਵਾਨ ਹੈ, ਉਹ ਨਿਲੱਜ ਹੁੰਦੇ ਨੇ ਜਿਹੜੇ ਉਹਨਾਂ ਦੀ ਲਾਜ ਰੱਖਦਾ ਹੈ। ਨਿਪੱਤਿਆਂ ਦੀ ਪੱਤ ਰੱਖਣ ਵਾਲਾ ਹੈ ਗੁਰੂ, ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ ਗੁਰੂ ਪਰਮਾਤਮਾ। ਤੂੰ ਇਹ ਚਿੰਤਾ ਨਾ ਕਰ, ਗੁਰੂ ਤੇ ਭਰੋਸਾ ਰੱਖ, ਹੋਰ ਕੋਈ ਵੀ ਵਿਚਾਰ ਆਪਣੇ ਮਨ ਦੇ ਵਿੱਚ ਨਾ ਲੈ ਕੇ ਆ। ਰਾਖੇਂਗੇ ਪ੍ਰਭ ਪੈਜ ਹਮਾਰੀ, ਦਾਸ ਜਾਨ ਹੋਇ ਹੈ ਹਿਤਕਾਰੀ। ਕਹਿੰਦੇ ਨੇ ਕਿ ਗੁਰੂ ਜਿਹੜਾ ਹੈ ਪਰਮਾਤਮਾ, ਉਹ ਸਾਡੇ ਅੰਗ ਸੰਗ ਹੋਣਗੇ, ਉਹ ਸਾਡੀ ਲਾਜ ਰੱਖਣਗੇ। ਤੂੰ ਕੋਈ ਹੋਰ ਭਾਵਨਾ ਆਪਣੇ ਮਨ ਦੇ ਅੰਦਰ ਨਾ ਲੈ ਕੇ ਆ। ਅਸ ਵਿਚਾਰ ਕਰਤਿਓ ਤੇ ਕਾਲਾ, ਪਹੁੰਚੀ ਆਏ ਬਰਾਤ ਵਿਸਾਲਾ। ਇਹ ਹਜੇ ਵਿਚਾਰ ਕਰ ਹੀ ਰਹੇ ਸੀ, ਇੰਨੇ 'ਚ ਬਰਾਤ ਆ ਗਈ, ਤੇ ਬਰਾਤ ਵੀ ਥੋੜੀ ਨਹੀਂ, ਬਰਾਤ ਵਿੱਚ ਜਿੰਨੀ ਕਾਖੀ ਸੀ ਉਹਦੇ ਨਾਲੋਂ ਜ਼ਿਆਦਾ ਆ ਗਈ। ਹੁਣ ਬਰਾਤ ਜਦੋਂ ਜ਼ਿਆਦਾ ਆਈ ਹੈ, ਸ਼ੀਂਹ ਦੀ ਨਾਰ ਬਰਾਤ ਵੇਖ ਕੇ ਕੀ ਪ੍ਰਗਟਾਉਂਦੀ ਹੈ? ਕਰ ਟੁਕਾਓ ਡਲ ਡੇਰਾ ਕੀਨੋ, ਦੇਖ ਨਾਰ ਭੀ ਹਰਕ ਬਹੀਨੋ। ਘਰ ਵਾਲੇ ਨੇ ਜਦੋਂ ਡੇਰਾ ਕੀਤਾ, ਸਾਰੀ ਬਰਾਤ ਆ ਕੇ ਬੈਠੀ। ਘਰ ਵਾਲੀ ਨੇ ਖੁਸ਼ ਤੇ ਕੀ ਹੋਣਾ ਸੀ, ਖੁਸ਼ੀ ਤੋਂ ਵਿਹੂਨ ਹੋ ਗਈ। ਡਰਦੀ ਹੈ ਕਿ ਬਰਾਤ ਆਈ ਹੈ, ਰਿਸ਼ਤੇਦਾਰ ਆਏ ਨੇ, ਜੇ ਕਿਸੇ ਨੂੰ ਕੁਝ ਖਾਣ ਨੂੰ ਨਾ ਮਿਲਿਆ ਸਾਡੀ ਬੇਇੱਜ਼ਤੀ ਹੋ ਜਾਏਗੀ। ਕਹਿਣ ਲੱਗੀ ਕਿਆ ਦੇਹ ਖੁਆਏ, ਨਰ ਬਰਾਤ ਮਹਿ ਬਹੁਤੇ ਆਏ। ਕਹਿੰਦੀ ਖਵਾ ਹੁਣ ਇਹਨਾਂ ਨੂੰ ਜੋ ਖਵਾਉਣਾ। ਸ਼ੀਂਹੇ ਨੂੰ ਕਹਿੰਦੀ ਹੈ, ਸ਼ੀਂਹਾ ਜੀ, ਪਤੀ ਦੇਵ ਜੀ, ਇਹਨਾਂ ਨੂੰ ਹੁਣ ਕੀ ਖਵਾਉਂਗੇ? ਪਹਿਲਾਂ ਤੇ ਆਪਣੇ ਘਰ ਦੇ ਬੜੇ ਮਨੁੱਖ ਸਨ, ਬੜੀ ਸੰਗਤ ਆਈ, ਹੁਣ ਇੰਨੇ ਬਰਾਤੀ ਆ ਗਏ ਨੇ, ਇਹ ਹੁਣ ਲੰਗਰ ਕਿੱਥੋਂ ਛਕਣਗੇ? ਸੀਹੇ ਉੱਠ ਕੀਨੀ ਅਰਦਾਸ, ਸਤਿਗੁਰ ਚਰਨ ਧਿਆਨ ਕਰਤਾਸ। ਸ਼ੀਂਹ ਨੇ ਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ, ਖੜਾ ਹੋ ਗਿਆ ਗੁਰੂ ਦੇ ਸਨਮੁਖ, ਹੱਥ ਜੋੜ ਕੇ। ਗੁਰੂ ਸਾਹਮਣੇ ਨਹੀਂ ਹੈ ਸ਼ੀਂਹ ਨੇ, ਇਹ ਗੱਲ ਯਾਦ ਰੱਖਣਾ, ਗੁਰੂ ਸਾਹਮਣੇ ਨਹੀਂ ਹੈ, ਗੁਰੂ ਦੂਰ ਹੈ। ਹੱਥ ਜੋੜ ਕੇ ਧਿਆਨ ਧਰ ਲਿਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ। ਕਹਿੰਦਾ, ਹੈ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਮੇਰੀ ਲਾਜ ਰੱਖੋ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਹੁਣ ਇੱਥੇ ਕਈ ਸ਼ੰਕਾ ਕਰਦੇ ਨੇ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਕਿ ਸਾਡੀਆਂ ਅਰਦਾਸਾਂ, ਕਹਿੰਦੇ ਮਨੁੱਖ ਸਾਡੀ ਅਰਦਾਸ ਬਿਰਥੀ ਚਲੀ ਜਾਂਦੀ। ਇੱਥੇ ਮਹਾਰਾਜ ਜੀ ਨੇ ਇਸ ਗੱਲ ਦੇ ਵਿੱਚ ਜਿਹੜੀ ਬਾਤ ਮਹਾਰਾਜ ਜੀ ਨੇ ਕਹੀ ਹੈ, ਇਹਦੇ ਵਿੱਚ ਥੋੜਾ ਗੰਭੀਰਤਾ ਵੀ ਰੱਖੀ ਹੈ, ਐਵੇਂ ਨਹੀਂ ਹੈ ਸਿੱਧਾ ਜੀ।
ਅਰਦਾਸ ਬਿਰਥੀ ਕਿਹਦੀ ਨਹੀਂ ਹੁੰਦੀ? ਜਨ ਦੀ। ਮਹਾਰਾਜ ਜੀ ਨੇ ਜਨ ਵਾਸਤੇ ਨਰ ਸ਼ਬਦ ਵੀ ਵਰਤਿਆ ਗੁਰਬਾਣੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨਕਸ਼ਾ ਵੀ ਖਿੱਚਦੇ ਨੇ, ਜਨ ਹੁੰਦਾ ਕੈਸਾ ਹੈ। ਅਰਦਾਸ ਤੇ ਬਿਰਤੀ ਜਨ ਦੀ ਨਹੀਂ ਹੁੰਦੀ, ਪਰ ਜਨ ਹੁੰਦਾ ਕੈਸਾ ਹੈ? ਉਹ ਕਹਿੰਦੇ ਨੇ ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨਦਾ, ਸੁਖ ਸਨੇਹ ਅਰ ਭੈ ਨਹੀਂ ਜਾਗਦਾ, ਕੰਚਨ ਮਾਟੀ ਮੰਨ ਨਾ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੈ ਰਹਿ ਨਿਆਰੋ, ਨਾਹਿ ਮਾਨ ਅਪਮਾਨ। ਮਹਾਰਾਜ ਕਹਿੰਦੇ ਨੇ ਜਿਹਨੂੰ ਹਰਖ ਨਹੀਂ, ਸ਼ੋਕ ਨਹੀਂ, ਇੱਜ਼ਤ ਨਹੀਂ, ਬੇਇੱਜ਼ਤੀ ਨਹੀਂ, ਕਾਮ ਨਹੀਂ, ਕ੍ਰੋਧ ਨਹੀਂ, ਉਹ ਨਰ ਹੁੰਦਾ, ਉਹ ਜਨ ਹੁੰਦਾ। ਐਸੇ ਜਨਾਂ ਦੀ ਅਰਦਾਸ ਜਿਨ੍ਹਾਂ ਕੋਲ ਇਹ ਮੂਲ ਔਗਣ ਨੇ, ਜਿਨ੍ਹਾਂ ਦੇ ਕੋਲ ਇਹ ਔਗਣ ਨਹੀਂ ਹੁੰਦੇ, ਉਹਨਾਂ ਦੀ ਅਰਦਾਸਾਂ ਬਿਰਥੀਆਂ ਨਹੀਂ ਹੁੰਦੀਆਂ। ਰੱਬ ਉਹਨਾਂ ਦੀ ਅਰਦਾਸ ਸੁਣਦਾ ਹੈ। ਔਰ ਪਰਮਾਤਮਾ ਸਾਡੇ ਕੋਈ ਬੰਧਨ ਵਿੱਚ ਨਹੀਂ ਹੈ, ਉਹਦੀ ਮਰਜ਼ੀ ਹੈ ਔਰ ਅਰਦਾਸ ਸੁਣੇ ਭਾਵੇਂ ਨਾ। ਗੁਰਬਾਣੀ ਤੇ ਕਹਿੰਦੇ ਦੇ ਕੰਨ ਸੁਣੋ ਅਰਦਾਸ ਕੀ, ਬਿਨਤ ਕਰੋ ਅਰਦਾਸ। ਮਹਾਰਾਜ ਜੀ ਕਹਿੰਦੇ ਨੇ ਮੈਂ ਅਰਦਾਸ ਕਰਦਾ, ਮੈਂ ਤੇਰੇ ਅੱਗੇ ਬੇਨਤੀ ਕਰਦਾ, ਮੇਰੀ ਅਰਦਾਸ ਸੁਣੋ। ਇਹੀ ਗੱਲ ਸ਼ੀਹਾਂ ਕਰ ਰਹੀ ਹੈ। ਸ਼ੀਹੇ ਨੇ ਹੱਥ ਜੋੜੇ ਨੇ, ਮਹਾਰਾਜ ਦੇ ਚਰਨਾਂ ਦਾ ਧਿਆਨ ਰੱਖਿਆ। ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾਂ ਹੁਣ ਇਸ ਕਾਰਜ 'ਚ ਮੇਰੀ ਇੱਜ਼ਤ ਪੱਤ ਰੱਖਣ ਵਾਲਾ ਕੋਈ ਨਹੀਂ, ਕਿਰਪਾ ਐਸੀ ਕਰੋ ਮੇਰੀ ਇੱਜ਼ਤ ਰਹਿ ਜਾਏ। ਰਾਖੀ ਸਿੱਖਣ ਪੈਜ ਅਗਾਰੀ, ਚਰਨ ਕਮਲ ਹਰ ਸਰਣ ਤੁਮਾਰੀ। ਕਹਿੰਦੇ ਮਹਾਰਾਜ ਜੀ ਨੂੰ ਕਹਿਣ ਲੱਗਿਆ ਸੱਚੇ ਪਾਤਸ਼ਾਹ ਜਿੰਨੇ ਵੀ ਅੱਗੇ ਸਿੱਖ ਹੋਏ ਨੇ ਤੁਸੀਂ ਸਾਰਿਆਂ ਦੀ ਪੈਜ ਰੱਖੀ ਹੈ, ਜਿੰਨੇ ਵੀ ਪਹਿਲਾਂ ਮਨੁੱਖ ਹੋਏ ਹਨ ਤੁਸੀਂ ਸਭ ਦੀ ਪੈਜ ਰੱਖਦੇ ਆਏ ਹੋ। ਅਸ ਕੈ ਤਿਸ ਕੋਠੇ ਕੋ ਤਾਰਾ, ਖੋਲ ਬਿਲੋਕ ਆਹਾਰ ਅਪਾਰਾ। ਜਦੋਂ ਫਿਰ ਇਹ ਕਹਿ ਕੇ ਜਿਹੜੇ ਕੋਠੜੀ ਦੇ ਅੰਦਰ ਪਦਾਰਥ ਰੱਖੇ ਹੋਏ ਸੀ, ਭੋਜਨ ਰੱਖੇ ਹੋਏ ਸੀ ਬਹੁ ਪ੍ਰਕਾਰ ਦੇ, ਉਹਨੂੰ ਤਾਲਾ ਲੱਗਿਆ ਹੋਇਆ ਸੀ। ਜਿਵੇਂ ਤਾਲਾ ਖੋਲ੍ਹਦਾ ਸ਼ੀਹਾਂ, ਵੇਖਦਾ ਪਦਾਰਥ ਉਨੇ ਹੀ ਨੇ, ਪਦਾਰਥ ਜ਼ਿਆਦਾ ਹੋ ਗਏ ਹਨ, ਪਦਾਰਥਾਂ ਵਿੱਚ ਕਮੀ ਨਹੀਂ ਹੈ। ਦੋਹਰਾ ਪਾਤ ਬਰਾਤ ਬਿਠਾਏ ਕੈ, ਭੋਜਨ ਭਲੇ ਖੁਆਏ। ਕਹਿੰਦੇ ਬਰਾਤੀਆਂ ਨੂੰ ਪੰਗਤ ਵਿੱਚ ਬਿਠਾ ਕੇ ਬੜੇ ਸੋਹਣੇ ਤਰੀਕੇ ਦੇ ਨਾਲ ਭਾਈ ਸ਼ੀਹੇ ਨੇ ਲੰਗਰ ਛਕਾਇਆ ਹੈ। ਅਤ ਸੁੰਦਰ ਬਹੁ ਸਵਾਦ ਜਿਹੇ, ਹਰਖਤ ਰਹੇ ਅਗਾਏ। ਕਹਿੰਦੇ ਉਹ ਜਿਹੜੇ ਭੋਜਨ ਸੀ ਉਹ ਹੈ ਵੀ ਬੜੇ ਸਵਾਦ ਸੀ। ਗੁਰੂ ਦੇ ਸਿੱਖ ਨੇ ਅਰਦਾਸ ਕੀਤੀ ਹੈ, ਪਰਮਾਤਮਾ ਰਸ ਫਿਰ ਆਪ ਭਰਦਾ ਹੈ। ਅਰਦਾਸ ਰੋਜ਼ ਰੋਜ਼ ਦੀ ਕੀਤੀ ਅਰਦਾਸ ਇੱਕ ਦਿਨ ਅੰਦਰ ਵਿਸ਼ਵਾਸ ਪੈਦਾ ਕਰ ਦਿੰਦੀ ਹੈ, ਇੱਕ ਦਿਨ ਸ਼ਰਧਾ ਪੈਦਾ ਕਰਦੀ ਹੈ ਉਸ ਅਦ੍ਰਿਸ਼ਟ ਪਰਮਾਤਮਾ ਦੀ ਜਿਹੜਾ ਨਜ਼ਰ ਨਹੀਂ ਆਉਂਦਾ, ਜਿਹੜਾ ਨਜ਼ਰ ਵਿੱਚ ਨਹੀਂ ਆ ਰਿਹਾ, ਜਿਹਦੇ ਤੇ ਗਮਤਾ ਨਹੀਂ ਹੈ, ਪਹੁੰਚ ਨਹੀਂ ਹੈ, ਫਿਰ ਵੀ ਉਹ ਅਰਦਾਸ ਸੁਣਦਾ ਹੈ। ਜਿਹੜੇ ਭੋਜਨ ਸਨ ਉਹ ਬੜੇ ਸਵਾਦਿਸ਼ਟ ਬਣੇ ਹੋਏ ਸਨ, ਜਿਹੜੇ ਜਿਹੜੇ ਵੀ ਬਰਾਤੀ ਛਕ ਰਹੇ ਨੇ, ਬਰਾਤੀ ਬੜੇ ਖੁਸ਼ ਹੋ ਰਹੇ ਹਨ। ਜੋ ਕੋਈ ਪੰਜ ਦਿਵਸ ਘਰ ਰਾਖੀ ਸੋਈ, ਟੋਟ ਅਸਨ ਕੀ ਹੋਏ ਨਾ ਕੋਈ। ਫਿਰ ਇੱਕ ਦਿਨ ਨਹੀਂ 5 ਦਿਨ ਬਰਾਤ ਉਹਦੇ ਘਰ ਰਹੀ ਸ਼ੀਹੇ ਦੇ, ਪਰ ਅਰਦਾਸ ਗੁਰੂ ਅੱਗੇ ਕਬੂਲ ਹੋਈ। ਯਾਦ ਰੱਖਣਾ ਜਿੰਨਾ ਵੀ ਉਹਨੇ ਭੋਜਨ ਬਣਾਇਆ, ਭੋਜਨ ਦੇ ਵਿੱਚ ਤੋਟ ਨਾ ਆਈ। ਗੋਬਿੰਦ ਕੇ ਪਕਵਾਨ ਜਿਮਾਏ, ਖਾਏ ਜਨੇਤੀ ਔਰ ਹਰ ਖਾਏ। ਕਈ ਪ੍ਰਕਾਰ ਦੇ ਉਹਨੇ ਪਕਵਾਨ ਬਣਾਏ ਹੋਏ ਸੀ। ਜਨੇਤੀ ਕਹਿੰਦੇ ਨੇ ਬਰਾਤੀਆਂ ਨੂੰ, ਜਿੰਨੇ ਵੀ ਬਰਾਤੀ ਛਕ ਰਹੇ ਸਨ ਸਾਰੇ ਖੁਸ਼ ਹੋ ਰਹੇ ਸਨ। ਵਿਦਾ ਕਰੀ ਦੇ ਦਾਤ ਵਿਸਾਲਾ, ਅਚਰਜ ਭੇ ਨਰ ਤਹਿ ਤਹਿ ਕਾਲਾ। ਕਹਿੰਦੇ ਗੁਰੂ ਦਾ ਸਿੱਖ ਏਡਾ ਧੰਨਵਾਨ ਵੀ ਹੋਇਆ ਸੀ ਨਾਮ ਜਪ ਜਪ ਕੇ,
ਆਪਣੀ ਲੜਕੀ ਨੂੰ ਸਮਾਨ ਬੜਾ ਦਿੱਤਾ, ਆਪਣੀ ਲੜਕੀ ਨੂੰ ਦਾਜ ਦਾਨ ਬੜਾ ਦਿੱਤਾ ਹੈ। ਸਭ ਮਿਲ ਕੇ ਤਬ ਇਸ ਵਿਦ ਭਾਕੀ, ਗੁਰੂ ਪੈਜ ਨਿਜ ਸਿੱਖਣ ਰਾਖੀ। ਸਾਰੇ ਬਰਾਤੀ ਹੁਣ ਇਕੱਠੇ ਹੋ ਕੇ ਕਹਿੰਦੇ ਨੇ ਗੁਰੂ ਨੇ ਆਪਣੇ ਨਿੱਜੀ ਸੇਵਕ ਦੀ ਲਾਜ ਰੱਖੀ। ਸਾਰੇ ਇਕੱਠੇ ਹੋ ਕੇ ਇਹ ਕਹਿ ਰਹੇ ਨੇ ਗੁਰੂ ਬੜਾ ਵੱਡਾ ਹੈ, ਗੁਰੂ ਨੇ ਆਪਣੇ ਨਿੱਜੀ ਸਿੱਖ ਦੀ ਲਾਜ ਰੱਖ ਲਈ ਹੈ। ਅਧਿਕ ਨਰਨ ਕੋ ਸਰਦਾ ਭਈ, ਭਾਉ ਭਗਤ ਜਗ ਮਹਿ ਪ੍ਰਗਟਈ। ਉਹਦੇ ਭਾਈ ਸ਼ੀਹੇ ਵੱਲ ਵੇਖ ਵੇਖ ਕੇ ਹੋਰ ਬੜਿਆਂ 'ਚ ਸ਼ਰਧਾ ਬਣ ਗਈ। ਬਾਣੀ 'ਚ ਸ਼ਬਦ ਹੈ, ਔਖੀ ਘੜੀ ਨਾ ਦੇਖਣ ਦੇਈ। ਪਰਮਾਤਮਾ ਔਖੀ ਘੜੀ, ਇਹ ਮਹਾਰਾਜ ਜੀ ਇੱਕ ਸਿੱਧਾ ਵਾਕ ਕਰਦੇ ਨੇ ਜਿਹੜਾ ਤ੍ਰੈ ਕਾਲਾਂ ਦੇ ਵਿੱਚ ਲਾਗੂ ਹੁੰਦਾ ਹੈ। ਇਹ ਨਹੀਂ ਦੇਈ ਦਾ ਮਤਲਬ ਹੋ ਜਾਏਗਾ ਅੱਗੇ, ਔਖੀ ਘੜੀ ਨਾ ਦੇਖਣ ਦੇਈ। ਦਿੰਦਾ ਨਹੀਂ ਹੈ, ਅੱਜ ਵੀ ਨਹੀਂ ਦਿੰਦਾ, ਪਹਿਲਾਂ ਵੀ ਨਹੀਂ ਸੀ ਦਿੰਦਾ ਤੇ ਫਿਊਚਰ ਵਿੱਚ ਵੀ ਨਹੀਂ ਦੇਗਾ। ਆਪਣਾ ਬਿਰਧ ਸੰਭਾਲੇ। ਬਿਰਧ ਦਾ ਮਤਲਬ ਹੁੰਦਾ ਹੈ ਸੁਭਾਅ। ਪਰਮਾਤਮਾ ਆਪਣੇ ਬਿਰਧ ਦੀ, ਆਪਣੇ ਸੁਭਾਅ ਦੀ ਲਾਜ ਰੱਖਦਾ ਹੈ। ਜਿਵੇਂ ਕਈਆਂ ਦਾ ਸੁਭਾਅ ਦਾਨੀ ਹੋ ਜਾਂਦਾ ਹੈ, ਭਾਵੇਂ ਘਰ ਚੋਂ ਸਾਰਾ ਧਨ ਚਲਿਆ ਜਾਏ ਉਹ ਆਪਣਾ ਸੁਭਾਅ ਨਹੀਂ ਬਦਲਦਾ। ਜਿਵੇਂ ਮਹਾਰਾਣਾ ਪ੍ਰਤਾਪ ਜਦੋਂ ਜੰਗ ਹਾਰਦਾ ਹੈ, ਉਹਦੇ ਕੋਲ ਮੰਗਣ ਲਈ ਇੱਕ ਮੰਗਤਾ ਚਲਾ ਜਾਂਦਾ ਹੈ। ਮਹਾਰਾਣੇ ਪ੍ਰਤਾਪ ਕੋਲ ਹੋਰ ਤੇ ਕੁਝ ਨਹੀਂ ਸੀ। ਉਹ ਕਹਿੰਦਾ ਹੈ ਭਿਖਾਰੀ ਨੂੰ, ਭਿਖਾਰੀ ਮੰਗਦਾ ਹੈ। ਮਹਾਰਾਣਾ ਪ੍ਰਤਾਪ ਕਹਿਣ ਲੱਗਿਆ, ਸੁਭਾਅ ਦੀ ਮੈਂ ਗੱਲ ਕਰ ਰਿਹਾ। ਕਹਿੰਦੇ ਆਹ ਭਾਈ ਤੈਨੂੰ ਕੀ ਚਾਹੀਦਾ? ਕਹਿੰਦੇ ਤੂੰ ਹੁਣ ਕੀ ਦੇਵੇਂਗਾ? ਮਹਾਰਾਣਾ ਪ੍ਰਤਾਪ ਕਹਿੰਦਾ ਇਹ ਮੇਰਾ ਦਰਬਾਰ ਹੈ ਮਹਾਰਾਣੇ ਪ੍ਰਤਾਪ ਦਾ। ਜੰਗਲ ਵਿੱਚ ਸੀ ਪ੍ਰਤਾਪ। ਕਹਿੰਦੇ ਮੇਰੇ ਦਰਬਾਰ ਤੋਂ ਕੋਈ ਖਾਲੀ ਨਹੀਂ ਗਿਆ। ਉਹਨੇ ਆਪਣੀ ਪੱਗ ਲਾਈ, ਆਪਣੀ ਪੱਗ ਹੀ ਸੀ ਉਹਦੇ ਕੋਲ ਲਾ ਕੇ ਉਹਨੂੰ ਭਿਖਾਰੀ ਨੂੰ ਦੇ ਦਿੱਤੀ। ਕਹਿੰਦੇ ਜਾ, ਇਹ ਮੇਰਾ ਸੁਭਾਅ ਹੈ। ਪਰ ਇੱਕ ਗੱਲ ਉਹਨੇ ਕਹਿ ਦਿੱਤੀ ਨਾਲ, ਕਹਿੰਦੇ ਸੱਜਣਾ ਅੱਜ ਤੋਂ ਬਾਅਦ ਇਹ ਪੱਗ ਕਿਸੇ ਅੱਗੇ ਝੁਕਾਈ ਨਾ। ਜਿੱਦਣ ਦਰਬਾਰ 'ਚ ਗਿਆ, ਰਾਜੇ ਨੂੰ ਸਲਾਮ ਨਾ ਕੀਤੀ। ਰਾਜਾ ਕਹਿੰਦਾ ਤੂੰ ਸਿਰ ਕਿਉਂ ਨਹੀਂ ਝੁਕਾਉਂਦਾ? ਕਹਿੰਦਾ ਮੈਂ ਸਿਰ ਤੇ ਝੁਕਾ ਦਿਆਂ, ਇਹ ਮਹਾਰਾਣੇ ਦੇ ਪ੍ਰਤਾਪ ਦੀ ਪੱਗ ਮੇਰਾ ਸਿਰ ਨਹੀਂ ਝੁਕਾਉਂਦੀ। ਇਹ ਜਿਹੜਾ ਕੱਪੜਾ ਉਹਦਾ ਦਿੱਤਾ ਮੈਂ ਸਿਰ ਤੇ ਬੰਨਿਆ, ਇਹ ਝੁਕਣ ਨਹੀਂ ਦਿੰਦਾ। ਜਿਵੇਂ ਅਸੀਂ ਸਿੱਖ ਨੇ ਬੰਨੀ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਪੱਗ। ਇਹ ਜਿਹੜੀਆਂ ਅਸੀਂ ਪੱਗਾਂ ਬੰਨ੍ਹਦਾ ਹੈ ਸਿੱਖ, ਇਹ ਗੁਰੂ ਗੋਬਿੰਦ ਸਿੰਘ ਨੇ ਦਿੱਤੀਆਂ ਨੇ। ਮਹਾਰਾਜ ਨੇ ਤਾਂ ਹੀ ਕਿਹਾ ਕਿਸੇ ਗਊ ਗਰੀਬ ਦੀ ਰੱਖਿਆ ਕਰਨ ਲਈ ਭਾਵੇਂ ਤੂੰ ਸਾਰਾ ਕੱਟਿਆ ਜਾਈਂ, ਇੱਕ ਇੱਕ ਆਪਣਾ ਨਿਸ਼ਾਵਰ ਕਰ ਦੇਈਂ। ਕਿਸੇ ਦੀ ਧੀ ਭੈਣ ਸੰਕਟ ਦੇ ਵਿੱਚ ਹੋਏ, ਕੋਈ ਗਰੀਬ ਸੰਕਟ ਦੇ ਵਿੱਚ ਹੋਏ, ਆ ਪੱਗ ਦੀ ਲਾਜ ਰੱਖੀ, ਪਿੱਛੇ ਨਾ ਹਟੀ। ਤੇ ਐਸਾ ਸ਼ੁਰੂ ਤੋਂ ਹੁੰਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ, ਇਹ ਇਸ ਪੱਗ ਦਾ ਹੀ ਸਵਾਲ ਸੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਦੀ ਪੱਗ ਤੁਰੀ ਆ ਰਹੀ ਸੀ। ਸੁਭਾਅ ਨਹੀਂ ਛੱਡਿਆ, ਰੱਖਿਆ ਕੀਤੀ। ਮਹਾਰਾਜ ਕਹਿੰਦੇ ਸਾਡਾ ਸੁਭਾਅ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਗੁਰੂ ਦਾ, ਹੋਰ ਵੀ ਜਿੰਨੇ ਨਰ ਨਾਰੀਆਂ ਸਨ ਸਾਰਿਆਂ ਵਿੱਚ ਬੜੀ ਸ਼ਰਧਾ ਵੱਜੀ। ਸਾਰੇ ਗੁਰੂ ਘਰ ਦੇ ਬੜੇ ਪ੍ਰੇਮੀ ਬਣ ਗਏ। ਪੁੰਨ ਇੱਕ ਦਿਨ ਬੈਠੇ ਗੁਣ ਖਾਨੀ, ਕਰਮਾ ਲੋਚਨ ਵਿਖੇ ਮਹਾਨੀ। ਇੱਕ ਦਿਨ ਮਹਾਰਾਜ ਫਿਰ ਕਰਤਾਰਪੁਰ ਸਾਹਿਬ ਬੈਠੇ ਹੋਏ ਸੀ। ਨਜ਼ਰਾਂ ਦੇ ਵਿੱਚ ਕਰੁਣਾ ਹੈ, ਨਜ਼ਰਾਂ ਦੇ ਵਿੱਚ ਦਇਆ ਹੈ, ਗੁਣਾਂ ਦੀ ਖਾਨ ਗੁਰੂ ਸਾਹਿਬ ਬੈਠੇ ਹੋਏ ਹਨ। ਦੋਹਰਾ ਫਿਰਨਾ ਖੈਰਾ ਜੋਤ ਦੋਏ, ਜਗ ਆਸਾ ਧਰ ਆਸ। ਕਹਿੰਦੇ ਫਿਰਨਾ ਖਹਿਰਾ ਅਤੇ ਜੋਤ ਦੋਵੇਂ ਜਣੇ ਆਪਣੇ ਹਿਰਦੇ ਦੇ ਅੰਦਰ ਜਿਗਿਆਸਾ ਰੱਖ ਕੇ ਕਿਸੇ ਰਾਹ ਤੇ ਤੁਰੇ ਹੋਏ, ਜਿਗਿਆਸਾ ਤੇ ਆਉਂਦੀ ਹੈ ਵੀ ਇਹ ਤੋਂ ਅੱਗੇ ਕੀ ਹੋਏਗਾ। ਗੁਰੂ ਸਾਹਿਬ ਜੀ ਤੋਂ ਕੁਝ ਪੁੱਛਣ ਲਈ ਕਰਤਾਰਪੁਰ ਸਾਹਿਬ ਆ ਗਏ ਹਨ। ਆਏ ਪਰੇ ਪਾਇਨ ਪਦਮ, ਪੁਨ ਬੈਠੇ ਪ੍ਰਭ ਪਾਸ। ਆ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਨੇ ਨਮਸਕਾਰ ਕੀਤੀ ਹੈ।
ਤੇ ਗੁਰੂ ਸਾਹਿਬ ਜੀ ਦੇ ਸਮੀਪ ਹੀ ਬੈਠ ਗਏ ਹਨ। ਚੌਪਈ ਹਾਥ ਬੰਦ ਅਰਦਾਸ ਉਚਾਰੀ, ਹਮ ਆਏ ਅਬ ਸ਼ਰਨ ਤੁਮਾਰੀ। ਹੱਥ ਜੋੜ ਕੇ ਅਰਦਾਸ ਕੀਤੀ ਹੈ, ਸੱਚੇ ਪਾਤਸ਼ਾਹ ਹੁਣ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆ ਗਏ ਹਾਂ। ਨਿਜ ਉਪਦੇਸ਼ ਕਰੋ ਬਖਿਆਨਾ, ਜਿਸ ਪ੍ਰਕਾਰ ਹਵਾਏ ਹਮ ਕਲਿਆਣਾ। ਮਹਾਰਾਜ ਨੂੰ ਹੱਥ ਜੋੜ ਕੇ ਕਹਿੰਦੇ, ਸੱਚੇ ਪਾਤਸ਼ਾਹ ਸਾਨੂੰ ਕੋਈ ਉਪਦੇਸ਼ ਦੇਵੋ, ਜਿਸ ਉਪਦੇਸ਼ ਦੇਣ ਦੇ ਨਾਲ ਸਾਡਾ ਕਲਿਆਣ ਹੋ ਜਾਏ। ਇਹ ਮਨੁੱਖਾ ਜਨਮ ਮਿਲਿਆ ਹੈ, ਇਹਦਾ ਲਾਭ ਅਸੀਂ ਕੁਝ ਖੱਟ ਲਈਏ। ਸਿੱਖੀ ਪ੍ਰਾਪਤ ਮਨ ਮੈਂ ਹੋਵਹਿ, ਹੋਰ ਨ ਕਬਹੂ ਕਾਲ ਬਗੋਵਹਿ। ਮਹਾਰਾਜ ਐਸੀ ਕਿਰਪਾ ਕਰੋ, ਮਨ ਦੇ ਵਿੱਚ ਸਿੱਖੀ ਪ੍ਰਾਪਤ ਹੋ ਜਾਏ। ਸ਼ੁਭ ਗੁਣਾਂ ਦੀ ਸਿੱਖਿਆ ਜਿਹੜੀ ਹੈ ਉਹ ਮਨ ਦੇ ਅੰਦਰ ਟਿਕ ਜਾਏ। ਪ੍ਰਭ ਭਾਗਿਓ ਮਨ ਨੀਵੇਂ ਜੋਏ, ਇਨਕੋ ਸਿੱਖੀ ਪ੍ਰਾਪਤ ਹੋਏ। ਮਹਾਰਾਜ ਜੀ ਕਹਿੰਦੇ ਜਿਹੜੇ ਮਨਾਂ ਦੇ ਅੰਦਰ ਨੀਵੇਂ ਰਹਿੰਦੇ ਨੇ, ਮਨ ਨੀਵਾਂ ਮਤ ਉੱਚੀ, ਜਿਹੜੇ ਮਨ ਦੇ ਵਿੱਚ ਨੀਵੇਂ ਰਹਿੰਦੇ, ਆਪਣੇ ਆਪ ਨੂੰ ਅਲਪ ਸਮਝਦੇ ਨੇ, ਦੂਜਿਆਂ ਨੂੰ ਦੀਰਘ ਸਮਝਦੇ ਹਨ, ਮਹਾਰਾਜ ਕਹਿੰਦੇ ਉਹਨਾਂ ਨੂੰ ਸਿੱਖੀ ਪ੍ਰਾਪਤ ਹੁੰਦੀ ਹੈ। ਹਰੇਕ ਮਨੁੱਖ ਨੂੰ ਸਿੱਖੀ ਨਹੀਂ। ਗੁਰੂ ਸਾਹਿਬ ਜੀ ਦਾ ਵਾਚ ਵੀ ਹੈ ਪਾਵਨ ਬਾਣੀ ਦੇ ਅੰਦਰ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਕਰੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਵੱਡੇ ਵੱਡੇ ਹੰਕਾਰ ਕਰਨ ਵਾਲੇ ਗਰਭ ਦੇ ਵਿੱਚ ਗਲਦੇ। ਵੱਡੇ ਵੱਡੇ ਗਰਭ ਗਲੇ, ਗਰਭ ਦੇ ਦੋ ਅਰਥ ਨੇ ਗੁਰਬਾਣੀ ਅੰਦਰ। ਇੱਕ ਅਰਥ ਹੈ ਹੰਕਾਰ, ਇੱਕ ਅਰਥ ਹੈ ਮਾਤਾ ਦਾ ਗਰਭ। ਕਈ ਵਾਰੀ ਦੋਵਾਂ ਦੀ ਜਿਹੜੀ ਸਪੈਲਿੰਗ ਹੈ ਉਹ ਵੀ ਸੇਮ ਹੀ ਹੁੰਦੀ ਹੈ। ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ, ਇਹਦੇ ਅਰਥ ਵੀ ਦੋਵੇਂ ਵਿਦਵਾਨ ਲਾਉਂਦੇ ਨੇ ਵੀ ਜਿਹੜਾ ਹੰਕਾਰੀ ਹੈ ਉਹ ਆਪਣੇ ਜਿਹੜੇ ਮਾਨਸਿਕ ਗੁਣ ਨੇ, ਦਇਆ ਧਰਮ ਸੰਤੋਖ, ਉਹਨਾਂ ਨੂੰ ਗਾਲ ਲੈਂਦਾ ਹੈ। ਕਈ ਕਹਿੰਦੇ ਨੇ ਉਹ ਦੁਬਾਰਾ ਫਿਰ ਅਨੇਕ ਜੂਨਾਂ ਦੇ ਗਰਭ ਦੇ ਵਿੱਚ ਗਲਦੇ ਰਹਿੰਦੇ ਹਨ। ਦੋਹਰਾ ਸੇਵਾ ਜੋ ਤੁਮ ਪਾਸਤੇ, ਸਿੱਖਣ ਕੀ ਹੋਏ ਆਏ। ਮਹਾਰਾਜ ਕਹਿੰਦੇ ਇੱਕ ਕਰਮ ਹੋਰ ਵੀ ਕਰੋ। ਜੇ ਕੋਈ ਸਿੱਖ ਗੁਰੂ ਦੇ ਨਾਮ ਬਾਣੀ ਪੜ੍ਹਨ ਵਾਲਾ ਹੋਏ, ਕੋਈ ਪਰਮਾਤਮਾ ਨੂੰ ਮੰਨਣ ਵਾਲਾ ਹੋਏ, ਕੋਈ ਵੀ ਪਿਆਰਾ, ਮਹਾਰਾਜ ਇਹ ਨਹੀਂ ਕਹਿ ਰਹੇ ਕੋਈ ਭੇਖ ਉਹਦਾ ਇੱਕ ਹੀ ਹੋਏ, ਨਹੀਂ, ਕੋਈ ਵੀ ਹੋਏ। ਬਾਣੀ ਦੇ ਵਿੱਚ ਜਦੋਂ ਗੁਰੂ ਨੂੰ ਮਿਲਣ ਦੀ, ਪਰਮਾਤਮਾ ਨੂੰ ਮਿਲਣ ਦੀ ਗੱਲ ਕੀਤੀ ਗਈ, ਉਸ ਮਿਲਣ ਦੇ ਵਿੱਚ ਇਹ ਨਹੀਂ ਵੇਖਿਆ ਗਿਆ ਵੀ ਕੌਣ ਮਿਲਾਏਗਾ, ਕੋਈ ਵੀ ਮਿਲਾ ਦੇਵੇ। ਮਨੁੱਖ ਨੇ ਰਾਹ ਤੋਂ ਭਟਕ ਜਾਏ, ਰਾਹ ਪੁੱਛਣਾ ਹੋਏ, ਪਹਿਲਾਂ ਅਗਲੇ ਦੀ ਜਾਤ ਪੁੱਛਦਾ ਹੈ ਕਿ ਰਾਹ ਪੁੱਛਦਾ? ਰਾਹ ਪੁੱਛਦਾ, ਜਾਤ ਨਹੀਂ ਕੋਈ ਪੁੱਛਦਾ। ਨਾ ਉਹਦੀ ਕੌਮ ਪੁੱਛਦਾ, ਇਹ ਪੁੱਛਦਾ ਹੈ ਮੈਂ ਦਿੱਲੀ ਜਾਣਾ ਹੈ, ਦਿੱਲੀ ਦਾ ਰਾਹ ਭਟਕ ਗਿਆ, ਰਾਹ ਦੱਸ। ਉਹ ਨਾ ਕੋਈ ਜਾਤ ਨਾ ਕੋਈ ਧਰਮ। ਪਰ ਜਦੋਂ ਮਨੁੱਖ ਨੇ ਧਰਮ ਕਮਾਉਣਾ ਹੋਏ, ਪਹਿਲਾਂ ਉਹਦੀ ਜਾਤ ਪੁੱਛਦਾ, ਫਿਰ ਉਹਦਾ ਧਰਮ ਪੁੱਛਦਾ ਹੈ, ਫਿਰ ਧਰਮ ਕਮਾਉਂਦਾ। ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕੋਈ ਵੀ ਮਿਲਾ ਦੇਵੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਮਨ ਨੂੰ ਨੀਵਾਂ ਰੱਖੋ ਅਤੇ ਹਮੇਸ਼ਾ ਜਿਹੜਾ ਵੀ ਸਿੱਖ ਗੁਰੂ ਦਾ ਪਿਆਰਾ, ਕੋਈ ਸੰਤ ਮਹਾਂਪੁਰਖ, ਜਿਹੜਾ ਕੋਈ ਸਿੱਧੀ ਤੇ ਪਹੁੰਚਿਆ ਹੋਇਆ, ਕਿਉਂਕਿ ਸੰਤਾਂ ਮਹਾਂਪੁਰਖਾਂ ਦੇ ਬਾਣੇ ਦੇ ਨਾਂ 'ਤੇ ਅੱਜ ਕੱਲ੍ਹ ਅਸੀਂ ਤੱਕਦੇ ਹਾਂ ਪਾਖੰਡ ਵੀ ਬੜਾ ਹੁੰਦਾ। ਪਰਮਾਤਮਾ ਦੇ ਨਾਂ 'ਤੇ ਪਖੰਡ ਹੁੰਦਾ ਵੀ ਬੜਾ ਹੈ। ਅਸਲ ਦੇ ਵਿੱਚ ਲੋਭ ਪਖੰਡ ਤੋਂ ਬਿਨਾਂ ਚੱਲਦਾ ਵੀ ਨਹੀਂ। ਪਖੰਡ ਜਿਹੜਾ ਨਾ ਹੋਏਗਾ ਫਿਰ ਉਹਨਾਂ ਕੋਲ ਜਾਏਗਾ ਵੀ, ਅਡੰਬਰ ਰਚਨਾ ਪੈਂਦਾ। ਸੋ ਇਸ ਕਰਕੇ ਕਈ ਪਖੰਡੀ ਐਸਾ ਵੀ ਕਰਦੇ ਹਨ, ਵੇਸ ਤੇ ਸੰਤਾਂ ਵਾਲਾ ਰੱਖ ਲੈਂਦੇ ਨੇ, ਕਰਮ ਉਹਨਾਂ ਦੇ ਸਾਰੇ ਹੀ ਮਾੜੇ ਹੁੰਦੇ। ਆਮ ਦੁਨੀਆ ਨੂੰ ਇਹ ਪਤਾ ਵੀ ਨਹੀਂ ਲੱਗਦਾ ਇਹਨਾਂ ਦੇ ਕਰਮ ਕਿੰਨੇ ਨੀਵੇਂ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜੋ ਵੀ ਕੋਈ ਪੂਰਨ ਬਾਣੀ ਪੜ੍ਹਨ ਵਾਲਾ ਕੋਈ ਵੀ ਆਏ, ਉਸ ਦੀ ਸੇਵਾ ਕਰਨੀ ਚਾਹੀਦੀ ਹੈ। ਤੋ ਕਰੀਏ ਹਿਤ ਕਰ ਰਿਦੇ, ਪੱਗ ਪਖਾਰ ਮੁਖ ਪਾਏ। ਮਹਾਰਾਜ ਜੀ ਤੇ ਇੰਦਾ ਕਹਿੰਦੇ ਨੇ
ਉਹਦੇ ਚਰਨ ਵੀ ਧੋਵੋ, ਉਹਨੂੰ ਲੰਗਰ ਵੀ ਛਕਾਵੋ, ਉਹਦੀ ਬੇਅੰਤ ਉਹਦੀ ਰੂਹ ਖੁਸ਼ ਕਰਨੀ ਚਾਹੀਦੀ। ਕਿਉਂਕਿ ਜਿਹੜੇ ਭਗਤ ਹੁੰਦੇ ਨੇ, ਕਿਸੇ ਨੇ ਸਵਾਲ ਪੁੱਛਣਾ ਰੱਬ ਕਿੱਥੇ ਵਸਦਾ ਹੈ, ਇਸ ਸਵਾਲ ਦਾ ਇੱਕੋ ਇੱਕ ਹੀ ਜਵਾਬ ਹੈ। ਉਹ ਕੀ ਜਵਾਬ ਹੈ? ਭਗਤਾਂ ਦੇ ਹਿਰਦਿਆਂ ਵਿੱਚ ਰੱਬ ਕਿੱਥੇ ਵਸਦਾ। ਪਹਿਲਾਂ ਤੇ ਦਾਨੇ ਸੱਜਣ ਜਵਾਬ ਦਿਆ ਕਰਦੇ ਸੀ। ਕਿਸੇ ਨੂੰ ਪੁੱਛਣਾ ਭਾਈ ਰੱਬ ਵਸਦਾ ਕਿੱਥੇ ਆ, ਕਹਿੰਦੇ ਹੁੰਦੇ ਸੀ ਦਾਨਿਆਂ ਦੇ ਢਿੱਡਾਂ ਦੇ ਵਿੱਚ, ਦਾਨਿਆਂ ਦੇ ਪੇਟ ਦੇ ਵਿੱਚ ਰੱਬ ਵਸਦਾ। ਉਹਨਾਂ ਦੇ ਅੰਦਰ ਝੂਠ ਨਿੰਦਾ ਚੁਗਲੀ ਨਹੀਂ ਹੁੰਦੀ। ਉਹ ਜਿਹੜੀ ਬਾਣੀ ਬੋਲਣਗੇ ਸੱਚ ਹੀ ਬੋਲਣਗੇ। ਜੇ ਵੇਖਣਾ ਹੋਏ ਰੱਬ ਕਿੱਥੇ ਵਸਦਾ ਹੈ, ਕਹਿੰਦੇ ਭਗਤਾਂ ਦੇ ਦਿਲਾਂ ਵਿੱਚ ਵਸਦਾ ਹੈ। ਤੇ ਭਗਤ ਦਿਲੋਂ ਜਿਹਨੂੰ ਕੋਈ ਅਸੀਸ ਦੇ ਦਿੰਦੇ ਨੇ, ਰੱਬ ਨੂੰ ਉਹ ਪੂਰਨ ਕਰਨੀ ਪੈਂਦੀ ਹੈ। ਜਾਨੋ ਵਾਹਿਗੁਰੂ ਕੋ ਸੁਆਮੀ, ਦਾਸ ਆਪ ਨੂੰ ਲਖੋ ਸਖਾਮੀ। ਕਹਿੰਦੇ ਇਸ ਕਰਕੇ ਹਮੇਸ਼ਾ ਰੱਬ ਨੂੰ ਮਾਲਕ ਸਮਝੋ ਤੇ ਆਪਣੇ ਆਪ ਨੂੰ ਪਰਮਾਤਮਾ ਦਾ। ਮਹਾਰਾਜ ਇਹ ਖਹਿਰੇ ਨੂੰ ਅਤੇ ਭਾਈ ਜੋਧ ਨੂੰ ਦੇ ਰਹੇ ਨੇ ਜਵਾਬ। ਜੇ ਸਿੱਖੀ ਕਮਾਉਣੀ ਹੈ, ਆਪਣੇ ਮਨ ਨੂੰ ਨੀਵਾਂ ਰੱਖੋ, ਵਾਹਿਗੁਰੂ ਨੂੰ ਮਾਲਕ ਬਣਾਓ ਤੇ ਆਪਣੇ ਆਪ ਨੂੰ ਦਾਸ ਸਮਝਣਾ ਚਾਹੀਦਾ ਹੈ। ਗੁਰਬਾਣੀ ਕੋ ਮਨਨ ਸੋ ਕਰਨਾ, ਜੇ ਚਾਹਤ ਹੋ ਭਵ ਤੇ ਤਰਨਾ। ਮਹਾਰਾਜ ਕਹਿੰਦੇ ਨੇ ਜੇ ਭਵ ਸਾਗਰ ਤੋਂ ਤਰਨਾ ਚਾਹੁੰਦੇ ਹੋ, ਫਿਰ ਗੁਰਬਾਣੀ ਦਾ ਮਨਨ ਕਰੋ। ਜੋ ਗੁਰ ਕਹੇ, ਜੋ ਗੁਰੂ ਕਹਿ ਰਿਹਾ ਹੈ, ਉਹਨੂੰ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਮੰਨਣਾ ਵੀ ਚਾਹੀਦਾ ਹੈ। ਦੋਹਰਾ ਸਿੱਖੀ ਸਿੱਖ ਸਤਿਗੁਰ ਤੇ ਤੈਸੀ ਕੀਨੀ ਕਾਰ। ਫਿਰ ਜਿਹੋ ਜੀ ਸਿੱਖਿਆ ਉਹਨਾਂ ਗੁਰੂ ਤੋਂ ਲਈ, ਵੈਸੀ ਹੀ ਕਾਰ ਉਹਨਾਂ ਦੋਵਾਂ ਨੇ ਕਰਨੀ ਸ਼ੁਰੂ ਕਰ ਦਿੱਤੀ। ਜਨਮ ਮਰਨ ਛੁਟ ਕਸ਼ਟ ਤੇ ਤਿਨ ਕੋ ਭਇਓ ਉਧਾਰ। ਮਹਾਰਾਜ ਕਹਿੰਦੇ ਜਨਮ ਮਰਨ ਦੇ ਕਸ਼ਟ ਉਹਨਾਂ ਦੇ ਲੈ ਗਏ। ਕਿੱਡੀ ਵੱਡੀ ਗੱਲ ਹੈ। ਗੁਰੂ ਦੀ ਗੱਲ ਮੰਨਿਆ, ਗੁਰੂ ਦੀ ਗੱਲ ਮੰਨਣ ਦੇ ਨਾਲ ਦੁਨੀਆ ਦੇ ਰੋਗ ਦੂਰ ਹੋ ਜਾਂਦੇ ਨੇ। ਮਹਾਰਾਜ ਬਾਣੀ ਦੇ ਵਿੱਚ ਹੀ ਕਹਿੰਦੇ ਨੇ ਦੁੱਖ ਰੋਗ ਸੰਤਾਪ ਉਤਰੇ। ਕਦੋਂ ਉਤਰੇ? ਜਦੋਂ ਗੁਰੂ ਦੀ ਦੱਸੀ ਹੋਈ ਬਾਣੀ ਦਾ ਮਨਨ ਕੀਤਾ, ਉਹਦਾ ਨਿਧਿਆਸਨ ਕੀਤਾ। ਦੁਬਾਰਾ ਹਮੇਸ਼ਾ ਗੱਲ ਤੇ ਗੁਰੂ ਨੂੰ ਯਾਦ ਰੱਖਣਾ, ਪਰਮੇਸ਼ਰ ਨੂੰ ਯਾਦ ਰੱਖਣਾ। ਇਹ ਕਿਉਂ ਹੈ? ਇਹ ਗੱਲ ਯਾਦ ਰੱਖਣਾ। ਮਹਾਰਾਜ ਗੁਰਬਾਣੀ ਦੇ ਅੰਦਰ ਮਨੁੱਖ ਨੂੰ ਵਪਾਰੀ ਦੱਸਦੇ ਨੇ, ਵਣਜਾਰਾ। ਤੇ ਵਣਜਾਰੇ ਨੂੰ ਸਾਹਾਂ ਦਾ ਪੂੰਜੀ ਮਿਲੀ ਹੋਈ ਹੈ। ਜਿੰਨੇ ਜੀਵ ਅਸੀਂ ਇੱਥੇ ਬੈਠੇ ਹਾਂ, ਸਾਡੇ ਸਾਰਿਆਂ ਦੇ ਕੋਲ ਬੜਾ ਵੱਡਾ ਧਨ ਹੈ। ਔਰ ਉਹ ਧਨ ਅਸੀਂ ਇੱਕ ਇੱਕ ਸੈਕਿੰਡ ਬਾਅਦ ਉਹਦਾ ਯੂਜ਼ ਕਰ ਰਹੇ ਹਾਂ, ਉਹਨੂੰ ਵਰਤ ਰਹੇ ਹਾਂ। ਉਹ ਧਨ ਹੈ ਸਾਹਾਂ ਦਾ। ਸਾਰੀ ਦੁਨੀਆ ਦਾ ਕਿੱਡਾ ਵੱਡਾ ਧਨ ਹੈ, ਉਹਦੀ ਮੁੱਲ ਕੀ ਹੈ? ਸਾਰੀ ਦੁਨੀਆ ਦਾ ਧਨ ਇੱਕ ਸਾਈਡ 'ਚ ਹੋਏ, ਇੱਕ ਸਾਹ ਇੱਕ ਸਾਈਡ 'ਚ ਹੋਏ, ਬਰਾਬਰ ਨਹੀਂ, ਮਿਲ ਹੀ ਨਹੀਂ ਸਕਦੇ। ਫਿਰ ਇਹਦਾ ਮਤਲਬ ਕਿ ਅਸੀਂ ਬਹੁਤ ਅਮੀਰ ਹਾਂ। ਜਿਹੜੇ ਮਨੁੱਖ ਦੇ ਅੰਦਰ ਸਵਾਸ ਚੱਲ ਰਹੇ ਨੇ, ਬੜਾ ਅਮੀਰ ਹੈ। ਹੁਣ ਇਹ ਸਵਾਸਾਂ ਦੇ ਨਾਲ ਇਹ ਮਨੁੱਖ ਦੀ ਮਰਜ਼ੀ ਹੈ। ਇਹ ਭਾਵੇਂ ਤੇ ਕੰਚਨ ਵਿਆਜ ਸਕਦਾ ਹੈ, ਸੋਨਾ ਵਿਆਜ ਲੈ, ਭਾਵੇਂ ਕੋਇਲੇ ਵਿਆਜ ਲੈ, ਇਹ ਤੇ ਇਹਦੀ ਮਰਜ਼ੀ ਹੈ। ਪਰ ਗੁਰੂ ਕਿਰਪਾ ਕਰੇ। ਮਹਾਰਾਜ ਕਹਿੰਦੇ ਨੇ ਐਸੇ ਵੀ ਮਨੁੱਖ ਹੋਏ ਜਿਨ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਕੰਚਨ ਵਿਆਜਿਆ। ਕਿਨਹੀ ਵਣਜਿਆ ਕਾਂਸੀ ਤਾਂਬਾ, ਕਿਨਹੀ ਲੋਮ ਸਫਾਰੀ, ਸੰਤੋ ਵਣਜਿਆ ਨਾਮ ਗੋਬਿੰਦ ਦਾ, ਨਿਭਹੀ ਖੇਪ। ਜਿਹੜੇ ਸਿਆਣੇ ਸੱਜਣ ਹੋਏ, ਉਹਨਾਂ ਨੂੰ ਦੁਨੀਆ ਜੈ ਜੈਕਾਰਾ ਕਿਉਂ ਕਰਦੀ ਹੈ? ਉਹਦਾ ਕਾਰਨ ਇੱਕੋ ਹੈ, ਉਹਨਾਂ ਨੇ ਰੱਬ ਨੂੰ ਧਿਆਇਆ। ਜਿਨ੍ਹਾਂ ਨੇ ਰੱਬ ਨੂੰ ਧਿਆਇਆ ਹੈ, ਦੁਨੀਆ ਫਿਰ ਉਹਨਾਂ ਦਾ ਧਿਆਨ ਕਰਦੀ ਹੈ। ਚੌਪਈ ਇਸ ਪ੍ਰਕਾਰ ਸੋ ਨਰਮ ਅਨੇਕੰ, ਕਰ ਉਪਦੇਸ਼ ਦਿਓ ਸੋ ਵਿਵੇਕੰ। ਇਸ ਕਰਕੇ ਇੱਕ ਨਹੀਂ, ਪਤਾ ਹੀ ਕਿੰਨੇ ਨਹੀਂ ਮਨੁੱਖ ਨੇ, ਕਿੰਨੇ ਹੀ ਮਨੁੱਖ ਨੇ, ਗਿਣਤੀ ਨਹੀਂ ਹੈ, ਜਿਨ੍ਹਾਂ ਨੂੰ ਉਪਦੇਸ਼ ਦੇ ਕੇ ਗੁਰੂ ਨਾਨਕ ਸਾਹਿਬ ਨੇ ਉਧਾਰ ਕੀਤਾ ਹੈ। ਗ੍ਰੰਥ ਬਡਨ ਤੇ ਬਰਨੇ ਨਾਹੀ, ਮਤ ਅਨੁਸਾਰ ਕਛਕ ਮੈਂ ਪ੍ਰਾਹੀ। ਇਸ ਕਰਕੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਕਹਿੰਦੇ ਅਸਲ ਦੇ ਵਿੱਚ
ਮੈਂ ਗ੍ਰੰਥ ਨਾ ਵੱਧ ਜਾਏ, ਇਸ ਕਰਕੇ ਹੋਰਾਂ ਦੇ ਨਾਮ ਨਹੀਂ ਲਿਖੇ। ਪਰ ਕਹਿੰਦੇ ਮੈਂ ਹੋਰਾਂ ਦੇ ਵੀ ਨਾਮ ਤਾਂ ਨਹੀਂ ਲਿਖੇ, ਗ੍ਰੰਥ ਵੱਧ ਜਾਣਾ ਸੀ। ਦੋਹਰਾ ਨਮੋ ਸਾਰਦਾ ਕੋ ਸਦਾ ਸੁਮਤ ਹਿਰਦੇ ਪ੍ਰਕਾਸ਼। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਮੈਂ ਨਮਸਕਾਰ ਕਰਦਾ ਹਾਂ ਉਹ ਪਰਮਾਤਮਾ ਨੂੰ, ਉਹ ਵਿਦਿਆ ਦੇ ਦਾਤੇ ਨੂੰ, ਜਿਹੜਾ ਸਾਨੂੰ ਗਿਆਨ ਦੀ ਦਾਤ ਬਖਸ਼ਦਾ ਹੈ। ਕਿਰਪਾ ਧਾਰ ਪੂਰਨ ਕਰੋ ਸ੍ਰੀ ਗੁਰ ਕੋ ਇਤਿਹਾਸ। ਕਹਿੰਦੇ ਹੱਥ ਜੋੜਦਾ ਮੈਂ ਸੱਚੇ ਪਾਤਸ਼ਾਹ, ਕਿਉਂਕਿ ਸੰਤੋਖ ਸਿੰਘ ਜੀ ਜਦੋਂ ਇਤਿਹਾਸ ਲਿਖ ਰਹੇ ਸੀ ਵਿੱਚ ਜੀ ਜਾ ਕੇ ਉਹਨਾਂ ਦੀ ਹਾਲਤ ਬੜੀ ਵਿਗੜ ਗਈ। ਆ ਫਿਰ ਉਹ ਅਰਦਾਸਾਂ ਬੜੀਆਂ ਕੀਤੀਆਂ ਉਹਨਾਂ ਨੇ। ਜਿਸ ਦਿਨ ਇਹ ਗ੍ਰੰਥ ਜਿਹਦੀ ਕਥਾ ਹੋ ਰਹੀ ਹੈ, ਜਿਸ ਦਿਨ ਇਹ ਗ੍ਰੰਥ ਇਹਦੀਆਂ ਪਾਵਨ ਪੋਥੀਆਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਗਈਆਂ, ਉਹ ਤੋਂ ਥੋੜੇ ਹੀ ਚਿਰ ਬਾਅਦ ਕਵੀ ਸੰਤੋਖ ਸਿੰਘ ਵੀ ਦੁਨੀਆ ਤੋਂ ਚਲੇ ਗਏ। ਪਰ ਉਹਨਾਂ ਕੋਲ ਇੰਨਾ ਅੰਦਰ ਅਧਿਆਤਮਿਕਤਾ ਦਾ ਸੋਮਾ ਸੀ, ਇਹਦਾ ਵਰਣਨ ਨਹੀਂ ਕੀਤਾ ਜਾ ਸਕਦਾ। ਚੌਪਈ ਸੁਣ ਕੇ ਸ੍ਰੀ ਤ੍ਰਿਹਨ ਕੁਲ ਮੋਰੰ ਪ੍ਰਭ ਕੀ ਕਥਾ ਅਗਾਰੀ ਔਰੰ। ਕਹਿੰਦੇ ਭਾਈ ਬਾਲਾ ਜੀ ਕਹਿੰਦੇ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਅੱਗੇ ਦੱਸਦਾ, ਤ੍ਰਿਹਣ ਕੁਲ ਦੇ ਮਾਲਕ ਗੁਰੂ ਅੰਗਦ ਦੇਵ ਜੀ, ਜਿਵੇਂ ਗੁਰੂ ਦੇ ਇਤਿਹਾਸ ਦੀ ਕਥਾ ਅੱਗੇ ਚੱਲੀ ਹੈ। ਸਿੱਖੀ ਕੀ ਸਰਤਾ ਵਿਸਤਾਰੀ ਜਹ ਕਹੈ ਸਗਰੇ ਜਗਤ ਮਜਾਰੀ। ਕਹਿੰਦੇ ਮਹਾਰਾਜ ਜੀ ਨੇ ਸਿੱਖੀ ਦੀ ਨਹਿਰ ਫੈਲਾਈ, ਨਦੀ, ਤੇ ਜਿਹੜੀ ਨਦੀ ਮਹਾਰਾਜ ਨੇ ਚਲਾਈ ਹੈ ਇੱਕ ਥਾਂ ਨਹੀਂ ਪੂਰੀ ਦੁਨੀਆ 'ਚ ਪਤਾ ਨਹੀਂ ਕਿੰਨੇ ਕੁ ਲੋਕ ਨੇ ਜਿਹੜੇ ਇਹਦੇ ਵਿੱਚ ਇਸ਼ਨਾਨ ਕਰਦੇ ਨੇ। ਇਹਦੇ ਵਿੱਚ ਇਸ਼ਨਾਨ ਕਰਦੇ ਨੇ, ਪਾਵਨ ਨਦੀ ਹੈ ਸਿੱਖੀ। ਜਿਹੜੇ ਇਸ਼ਨਾਨ ਕਰੀ ਜਾਂਦੇ ਨੇ ਉਹਨਾਂ ਦਾ ਪਾਰ ਉਤਾਰਾ ਹੋ ਹੀ ਜਾ ਰਿਹਾ ਹੈ। ਸਿੱਖਨ ਕੇ ਮਨ ਮੀਨ ਸਮਾਨਾ ਚਾਹੇ ਨਾ ਬਿਰਹਿ ਹੋਏ ਰਤ ਪ੍ਰਾਨਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਜਿਹੜੇ ਸਿੱਖ ਨੇ ਨਾ ਉਹਨਾਂ ਦੇ ਮਨ ਮਛਲੀ ਜਿਵੇਂ ਨੇ, ਜਿਵੇਂ ਮਛਲੀ ਸਰੋਵਰ ਤੋਂ ਬਾਹਰ ਨਹੀਂ ਜਾਣਾ ਚਾਹੁੰਦੀ, ਇੱਕ ਸਿੱਖ ਆਪਣੇ ਗੁਰੂ ਦੇ ਬਚਨ ਛੱਡ ਕੇ ਨਹੀਂ ਜਾਣਾ ਚਾਹੁੰਦਾ। ਮਛਲੀ ਸਰੋਵਰ ਤੋਂ ਬਾਹਰ ਜਾਏਗੀ, ਮਰ ਜਾਏਗੀ, ਸਿੱਖ ਨਿਤਨੇਮ ਛੱਡ ਦਿੰਦਾ, ਮਰ ਜਾਂਦਾ। ਐਸੀ ਉਹਦੀ ਅਵਸਥਾ ਬਣ ਜਾਂਦੀ। ਸਿੱਖ ਗੁਰੂ ਦੀ ਬਾਣੀ ਦੀ ਵਿਚਾਰ ਛੱਡ ਦੇਗਾ, ਇਹ ਸਮਝ ਲਓ ਉਹਦੀ ਅਧਿਆਤਮਿਕ ਮੌਤ ਹੋ ਜਾਂਦੀ ਹੈ। ਮਹਾਰਾਜ ਇਸੇ ਕਰਕੇ ਕਹਿੰਦੇ ਨੇ, ਕਵੀ ਸੰਤੋਖ ਸਿੰਘ ਜੀ ਕਹਿ ਰਹੇ ਨੇ ਸਿੱਖੀ ਦੀ ਜਿਹੜੀ ਇਹ ਨਦੀ ਹੈ, ਸਿੱਖ ਏਡੇ ਵੱਡੇ ਨੇ, ਮਛਲੀ ਦੇ ਸਮਾਨ ਨੇ, ਗੁਰੂ ਦੀ ਸਿੱਖੀ ਤੋਂ ਬਿਨਾ ਉਹ ਰਹਿ ਨਹੀਂ ਸਕਦੇ। ਲਾਗੇ ਕਰਨ ਸ਼ਬਦ ਅਭਿਆਸਾ ਸਿਮਰਨ ਸਤ ਨਾਮ ਪ੍ਰਕਾਸ਼ਾ। ਕਹਿੰਦੇ ਜਿਹੜੇ ਸਿੱਖ ਹੁੰਦੇ ਨੇ ਉਹ ਫਿਰ ਸਤਨਾਮ ਦਾ ਜਾਪ ਕਰਦੇ ਨੇ, ਸਵੇਰੇ ਸ਼ਾਮ ਇਸੇ ਅਭਿਆਸ ਦੇ ਵਿੱਚ ਲੱਗੇ ਰਹਿੰਦੇ ਨੇ। ਕਿਉਂਕਿ ਅਸਲ ਦੇ ਵਿੱਚ ਗੱਲ ਪਤਾ ਵੀ ਕੀ ਹੈ, ਜੋ ਗੁਰੂ ਕਹਿੰਦਾ ਹੈ ਉਹ ਗੁਰੂ ਐਵੇਂ ਨਹੀਂ ਕਹਿ ਰਿਹਾ, ਗੁਰੂ ਦਾ ਅਨੁਭਵ ਹੁੰਦਾ ਉਹਦੇ ਵਿੱਚ। ਕੋਈ ਵੀ ਗੱਲ ਜ਼ਿੰਦਗੀ ਦੇ ਵਿੱਚ ਸਾਨੂੰ ਕੋਈ ਬਜ਼ੁਰਗ ਵੀ ਕਹੇ, ਉਹ ਐਵੇਂ ਨਹੀਂ ਕਹਿੰਦਾ, ਉਹਦੇ ਪਿੱਛੇ ਉਹਦਾ ਅਨੁਭਵ ਹੁੰਦਾ ਹੈ। ਇੱਕ ਮਾਂ ਹੈ ਆਪਣੇ ਬੱਚੇ ਨੂੰ ਕਹਿੰਦੀ ਹੈ, ਛੋਟੇ ਬੇਟਾ ਬਿਜਲੀ ਦੀ ਤਾਰ ਨੂੰ ਹੱਥ ਨਾ ਲਾਈ, ਇਹ ਕਰੰਟ ਮਾਰਦੀ ਹੈ। ਬੱਚੇ ਨੂੰ ਤੇ ਨਹੀਂ ਪਤਾ, ਮਾਂ ਨੂੰ ਪਤਾ ਹੈ, ਮਾਂ ਤਾਂ ਨਹੀਂ ਲਾਣ ਦੇ ਰਹੀ। ਐਵੇਂ ਗੁਰੂ ਇੱਕ ਮਾਂ ਹੁੰਦਾ ਹੈ, ਗੁਰੂ ਤਾਂ ਰੋਕਦਾ ਆਪਣੇ ਸਿੱਖ ਨੂੰ, ਮਾੜੇ ਕਰਮਾਂ ਤੋਂ ਸਿੱਖਾ, ਤੂੰ ਮੇਰਾ ਪੁੱਤਰ ਹੈ, ਮਾੜੇ ਕਰਮਾਂ ਵਿੱਚ ਪੈ ਜਾਏਗਾ, ਧੱਕੇ ਖਾਵੇਂਗਾ। ਸਰਪ ਜਿਵੇਂ ਜ਼ਿੰਦਗੀ ਗੁਜ਼ਰੇਗੀ, ਜੇ ਗੁਰੂ ਦੀ ਬਾਣੀ ਨੂੰ ਛੱਡ ਕੇ ਗੁਰੂ ਦੇ ਵਿਚਾਰ ਦੀ ਵਿਚਾਰ ਨਹੀਂ ਕਰੇਗਾ, ਇੱਕ ਦਿਨ ਐਸਾ ਆਏਗਾ ਜ਼ਿੰਦਗੀ ਵਿੱਚ ਪਰੇਸ਼ਾਨ ਹੋਏਗਾ, ਜ਼ਿੰਦਗੀ ਵਿੱਚ ਦੁੱਖ ਹੀ ਦੁੱਖ ਹੋ ਜਾਣਗੇ, ਸੁੱਖਾਂ ਨੇ ਭੱਜ ਹੀ ਜਾਣਾ ਹੈ। ਸਿੱਖੀ ਭਾਉ ਦੇਖ ਬੇਹਤਾ ਗਮਨ ਕੀਨ ਬੇਦੀ ਕੁਲ ਕੇਤਾ। ਇੱਕ ਦਿਨ ਮਹਾਰਾਜ ਜੀ ਨੇ ਸੋਚਿਆ ਬੜੇ ਸਿੱਖ ਮੇਰੇ ਕੋਲ ਆਉਂਦੇ ਨੇ, ਚਲੋ ਇੱਕ ਦਿਨ ਮੈਂ ਵੀ ਚੱਲਦਾ, ਸਿੱਖਾਂ ਦਾ ਪ੍ਰੇਮ ਵੇਖ ਕੇ ਆਉਣਾ, ਸਿੱਖਾਂ ਦੀ ਸਿੱਖੀ ਵੇਖ ਕੇ ਆਉਣਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਤੁਰੇ ਨੇ, ਘਰਾਂ ਵਿੱਚ ਜਾਣਗੇ। ਚਲੋ ਮੈਂ ਕਹਿੰਦੇ ਮਹਾਰਾਜ ਕਹਿੰਦੇ ਅੱਜ ਮੈਂ ਵੇਖ ਕੇ ਆਉਣਾ ਸਿੱਖਾਂ ਦੇ ਮਨਾਂ ਵਿੱਚ ਕਿੰਨਾ ਪ੍ਰੇਮ ਹੈ। ਮੁਝ ਕੋ ਆਪਣੇ ਲੀਨ ਸੰਗਾਰੇ ਪਹੁੰਚੇ ਇੱਕ ਪੁਰ ਜਾਏ ਮੰਜਾਰੇ। ਭਾਈ ਬਾਲਾ ਜੀ ਕਹਿੰਦੇ ਮੈਨੂੰ ਗੁਰੂ ਜੀ ਨੇ ਨਾਲ ਲੈ ਲਿਆ, ਕਹਿੰਦੇ ਤੁਰ ਪਏ ਅਸੀਂ ਦੋਵੇਂ ਜਣੇ
जाके एक नगर दे विच बैठ गए। हाँ, सिख ते खान बसे तिह थाना, जे की अल्प चले गुजराना। महाराज जी कवि संतोख सिंह जी कहते ने, गुरु जी एक तरखान सिख सी उहदे घर चले गए। जदों उहदे घर गए ने, कहते इन्नी उहदी गरीबी सी, एक टाइम दा लंगर भी बड़ी मुश्किल नाल ही चलिया करदा सी। करे सेव सीखन की सोए, असन अचावहे जो घर होए। कहते वो इन्नी सिखां दी सेवा करदा सी, किसी भी सिख ने आ जाना, भावें अपना गुजारा नहीं सी चलदा, सिख नहीं सी कदी घरों भुखा मोड़िया। जिन्हें भी आना, आए हुए साधु संत दी, कोई रब दा प्यारा आना, नाम जपण वाला आना, कोई बंदगी वाली रूह आनी, लंगर उन्होंने छकाउणा धक्के नाल। आप घर गरीबी सी पर लंगर जरूर छकाया करदा सी। सांझ जे होए ना प्राप्त प्रात, हाथ न आए आहार अघात। कहंदे असल दे विच जे शाम ਨੂੰ ਉਹਨੂੰ ਭੋਜਨ ਪ੍ਰਾਪਤ ਹੁੰਦਾ ਸੀ, ਐਵੇਂ ਹੁੰਦਾ ਸੀ ਪਤਾ ਨਹੀਂ ਸਵੇਰੇ ਮਿਲਣਾ ਹੈ ਕਿ ਨਹੀਂ। ਕਿਉਂਕਿ ਜਦੋਂ ਕੋਈ ਗੁਰੂ ਦਾ ਪਿਆਰਾ, ਕੋਈ ਨਾਮ ਜਪਣ ਵਾਲੇ ਸੰਤ ਸਾਧੂ ਘਰਾਂ 'ਚ ਲੰਗਰ ਛਕਦੇ ਨੇ, ਫਿਰ ਜਿਹੜੇ ਉਹਨਾਂ ਦੇ ਕਰਮ ਹੁੰਦੇ ਨੇ ਉਹ ਘਰਾਂ ਦੇ ਵਿੱਚ ਜੁੜ ਜਾਂਦੇ ਨੇ ਨਾਲ। ਤੇ ਜਿਹੜੇ ਛਕਦੇ ਨੇ, ਜੇ ਉਹਨਾਂ ਦਾ ਹੌਲੀ ਹੌਲੀ ਨਿਤਨੇਮ ਘਟ ਜਾਏ, ਬਾਣੀ ਅਭਿਆਸ ਘਟ ਜਾਏ, ਉਹਨਾਂ ਦੇ ਕਰਮ ਘਟਦੇ ਚਲੇ ਜਾਂਦੇ। ਇਹ ਵੀ ਹੈ ਨਾਲ ਹੀ। ਫਿਰ ਇੱਕ ਦਿਨ ਐਸਾ ਆ ਜਾਂਦਾ ਹੈ, ਉਹਨਾਂ ਦੀ ਜਿਹੜੀ ਬੁੱਧੀ ਹੈ ਹੌਲੀ ਹੌਲੀ ਭ੍ਰਿਸ਼ਟ ਸ਼ੁਰੂ ਹੋ ਜਾਂਦੀ। ਐਸਾ ਮਸੰਦਾਂ ਦੇ ਨਾਲ ਹੋਇਆ। ਮਸੰਦਾਂ ਦੇ ਨਿਤਨੇਮ ਘਟ ਗਏ, ਬਾਣੀ ਘਟ ਗਈ, ਸੰਗਤ ਭੇਟਾ ਬੜੀ ਦਿੰਦੀ ਸੀ, ਲੰਗਰ ਬੜਾ ਛਕਾਉਂਦੀ ਸੀ, ਬੜੇ ਬੜੇ ਆਹਾਰ ਕਰਾਉਂਦੀ ਸੀ। ਉਹ ਆਹਾਰ ਛਕ ਕੇ परिश्रम ਤੇ ਕੀਤਾ ਨਹੀਂ, परिश्रम ਹੈ ਨਹੀਂ ਸੀ। ਹੁਣ ਜਿਹੜਾ ਗ੍ਰਸਤੀ ਬੰਦਾ ਹੈ ਉਹ ਕਿਹੜਾ परिश्रम ਕਰੇਗਾ? ਆਪਣੀ ਦੁਕਾਨ ਚਲਾਏਗਾ, ਹਲ ਵਾਹੇਗਾ, ਬਿਜ਼ਨਸ ਕਰੇਗਾ। ਇਹ ਗ੍ਰਸਤੀ ਦਾ परिश्रम ਹੈ। ਜੇ ਕੋਈ ਗੁਰੂ ਦੁਆਰੇ ਨੌਕਰੀ ਕਰਦਾ ਹੈ, ਕੋਈ ਗ੍ਰੰਥੀ ਹੈ, ਕੋਈ ਕਥਾਵਾਚਕ ਹੈ, ਮੈਂ ਵੀ ਵਿੱਚ ਹੀ ਹਾਂ, ਸਾਡਾ परिश्रम ਹੈ ਗੁਰੂ ਦੀ ਵੱਧ ਤੋਂ ਵੱਧ ਬਾਣੀ ਜਪਣੀ, ਵੱਧ ਤੋਂ ਵੱਧ ਨਾਮ ਜਪਣੀ। ਕਿ ਸਾਡੀ ਅਸੀਸ ਦੇ ਨਾਲ ਗੁਰੂ ਦੇ ਦਰ ਤੇ ਰਿਹਾ ਕਿਸੇ ਦਾ ਕਰਮ ਬਣ ਜਾਏ, ਇਹ ਉਹਦਾ परिश्रम ਹੁੰਦਾ ਹੈ। ਅਧਿਆਤਮਿਕ ਲਾਈਨ 'ਚ ਕੋਈ ਜੁੜਿਆ ਹੋਏ, ਕੋਈ ਪੁਜਾਰੀ ਹੋਏ, ਕੋਈ ਕਾਜੀ ਹੋਏ, ਕੋਈ ਵੀ ਹੋਏ, ਜੇ ਕਾਜੀ ਫਰੀ ਦੇ ਲੰਗਰ ਛਕੀ ਜਾਏਗਾ, ਬਾਣੀ ਨਹੀਂ ਪੜ੍ਹੇਗਾ, ਨਾਮ ਨਹੀਂ ਜਪੇਗਾ, ਇੱਕ ਦਿਨ ਐਸਾ ਆਏਗਾ ਕਾਜੀ ਦੀ ਬੁੱਧੀ ਭ੍ਰਿਸ਼ਟ ਹੋ ਜਾਏਗੀ। ਔਰ ਐਸਾ ਮਹਾਰਾਜ ਨੇ ਗੁਰਬਾਣੀ 'ਚ ਵੀ ਲਿਖਿਆ ਹੈ, ਕਾਜ਼ੀਆਂ ਨੇ ਵੱਡੀਆਂ ਲੈਣੀਆਂ ਸ਼ੁਰੂ ਕੀਤੀਆਂ। ਕਿਉਂ? ਕਾਜ਼ੀਆਂ ਦੀ ਬੁੱਧੀ ਚਲੀ ਗਈ, ਲੋਕਾਂ ਤੋਂ ਰਿਸ਼ਵਤ ਲੈਣੀ ਸ਼ੁਰੂ ਕਰ ਦਿੱਤੀ। ਇਹ ਬੁੱਧੀ ਮਾਰੀ ਦੀ ਗੱਲ ਹੈ। ਮਹਾਰਾਜ ਕਹਿੰਦੇ ਕਾਜੀ ਹੋ ਕੇ ਬਹਿ ਨਿਆਏ, ਫੇਰ ਹੈ ਤਸਬੀਹ ਫੇਰਦਾ ਤੇ ਖੁਦਾ ਨੂੰ ਯਾਦ ਕਰਦਾ। ਕਹਿੰਦੇ ਇਸ ਕਰਕੇ ਕਾਜ਼ੀਆਂ ਦੀ ਇਹ ਗੱਲ ਹੋ ਗਈ। ਐਵੇਂ ਮਹਾਰਾਜ ਕਹਿੰਦੇ ਨੇ ਉਹ ਲੰਗਰ ਤੇ ਛਕਾਇਆ ਕਰਦਾ ਸੀ, ਪਰ ਆਪਣਾ ਗੁਜ਼ਾਰਾ ਐਸਾ ਸੀ, ਸਵੇਰੇ ਛਕ ਲਿਆ, ਪਤਾ ਨਹੀਂ ਰਾਤ ਨੂੰ ਮਿਲਣਾ ਹੈ ਕਿ ਨਹੀਂ ਮਿਲਣਾ ਹੈ। ਜੋ ਘਰ ਹੋਵੇ ਸੀਖਣ ਖਵਾਵਹਿ, ਨਹਿ ਜਾ ਹੋਏ ਤਬ ਜਾਚ ਸੋ ਲਿਆਵਹਿ। ਪਹਿਲੀ ਗੱਲ ਤੇ ਘਰ ਵਿੱਚ ਹੋਏ ਉਹ ਖਵਾ ਦਿੰਦਾ ਸੀ, ਜੇ ਨਾ ਘਰ ਵਿੱਚ ਹੋਏ ਫਿਰ ਮੰਗਣ ਤੁਰ ਪੈਂਦਾ ਸੀ ਸਿੱਖਾਂ ਵਾਸਤੇ। ਸ਼ਰਮ ਨਹੀਂ ਸੀ ਕਰਦਾ, ਦਿਲ ਵਿੱਚ ਸ਼ਰਧਾ ਸੀ, ਬਸ ਇਹ ਨਾ ਭੁੱਖੇ ਜਾਣ। ਕਿੰਨੀ ਵੱਡੀ ਗੱਲ ਹੈ। ਆਪ ਜਾਇਆ ਕਰਦਾ ਸੀ ਪਹਿਲਾਂ, ਤੇ ਆਪ ਘਰ ਵਿੱਚ ਨਹੀਂ ਕੋਈ ਸੌਦਾ ਪੱਤਾ, ਪਿੰਡ ਵਿੱਚ ਮੰਗਣ ਚਲਿਆ ਜਾਇਆ ਕਰਦਾ ਸੀ। ਦੋਹਰਾ ਜਾਵਹਿ ਜਾਚਨ ਸਿੱਖ ਹੇਤ, ਨਿਜ ਹੇਤ ਜਾਤ ਨਾ ਸੋਏ। ਇੱਕ ਗੱਲ ਹੋਰ ਵੀ ਹੈ, ਮੰਗਣ ਜਾਂਦਾ ਸੀ ਸਿਰਫ ਸਿੱਖਾਂ ਵਾਸਤੇ। ਜਿੱਦਣ ਸਿੱਖ ਨਹੀਂ ਸੀ ਆਉਂਦੇ, ਘਰ ਰੋਟੀ ਨਾ ਹੋਏ, ਭੁੱਖਾ ਸੋ ਜਾਂਦਾ ਸੀ, ਮੰਗ ਕੇ ਨਹੀਂ ਸੀ ਲੈਂਦਾ। ਬੱਚੇ ਵੀ ਭੁੱਖੇ ਸੌਂਦੇ ਸੀ, ਘਰ ਵਾਲੀ ਵੀ ਭੁੱਖੀ ਸੌਂਦੀ ਸੀ, ਪਰ ਮੰਗਣ ਨਹੀਂ ਸੀ ਜਾਂਦਾ। ਗੁਰੂ ਦਾ ਸਿੱਖ ਮੰਗਦਾ ਨਹੀਂ ਨਾ, ਉਹ ਮੰਗਦਾ ਸੀ ਕਿਸੇ ਅਰਥ ਵਾਸਤੇ, ਗੁਰੂ ਦੇ ਸਿੱਖਾਂ ਨੂੰ ਖਵਾਉਣ ਵਾਸਤੇ ਮੰਗ ਕੇ ਲਿਆਇਆ ਕਰਦਾ ਸੀ। ਜਿਉਂ ਤਿਉਂ ਅਸਨ ਕਰਾਵਈ, ਸਿੱਖ ਆਏ ਜੇ ਕੋਏ। ਜਿਵੇਂ ਵੀ ਹੋਏ, ਕੁਛ ਵੀ ਕਰਨਾ ਪਏ, ਪਰ ਕਹਿੰਦੇ ਕਿਸੇ ਸਾਧੂ ਸੰਤ ਨੂੰ
ਨਾਮ ਜਪਣ ਵਾਲੇ ਨੂੰ ਘਰੋਂ ਭੁੱਖਾ ਨਹੀਂ ਸੀ ਤੋਰਦਾ। ਜੋ ਪਈ ਪਹੁੰਚੇ ਤੇ ਨਿਕੇਤ ਪ੍ਰਭ ਜਾਏ, ਬੰਧਨ ਕਰਹੀ ਸਿੱਖ ਤਬ ਧਾਏ। ਕਹਿੰਦੇ ਇੱਕ ਦਿਨ ਫਿਰ ਗੁਰੂ ਜੀ ਉਹਦੇ ਹੀ ਘਰ ਚਲੇ ਗਏ। ਉਹਨੇ ਜਦੋਂ ਗਏ ਉਹਨੇ ਵੇਖਿਆ ਗੁਰੂ ਨਾਨਕ ਸਾਹਿਬ ਆ ਗਏ ਨੇ, ਭੱਜ ਕੇ ਗੁਰੂ ਨਾਨਕ ਸਾਹਿਬ ਦੇ ਚਰਨੀ ਲੱਗ ਗਿਆ। ਨਿਜ ਨਾਰੀ ਸੋ ਗਿਰਾ ਉਚਾਰੀ, ਤੁਰਨ ਕਰੋ ਆਹਾਰ ਤਿਆਰੀ। ਆਪਣੀ ਘਰ ਵਾਲੀ ਨੂੰ ਕਹਿੰਦਾ ਹੈ ਫਟਾਫਟ ਭੋਜਨ ਤਿਆਰ ਕਰੋ, ਮੇਰੇ ਗੁਰੂ ਜੀ ਆ ਗਏ, ਮੇਰੇ ਸੱਚੇ ਪਾਤਸ਼ਾਹ ਆਏ ਨੇ ਘਰ ਵਿੱਚ। ਮੈਂ ਵੇਖਿਆ ਹੈ ਕਈਆਂ ਦੇ ਘਰਾਂ 'ਚ, ਮੈਂ ਸੰਗਤ ਨੂੰ ਵੇਖਿਆ ਬਾਹਰ ਜਾਂਦੇ ਰਹੀਦਾ, ਕਈਆਂ ਦੇ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਜਾਂਦੇ ਨੇ, ਅੱਗੋਂ ਤੇਲ ਚੋਂਦੀਆਂ ਨੇ ਬੀਬੀ ਵੀ ਮੇਰੇ ਗੁਰੂ ਜੀ ਆਏ ਨੇ ਮੇਰੇ ਘਰ। ਐਸੀ ਸ਼ਰਧਾ ਰੱਖਣ ਵਾਲੇ ਸਿੱਖ ਅੱਜ ਵੀ ਹੈਗੇ ਨੇ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਅੱਜ ਵੀ ਇਹ ਦੇਹ ਨੇ ਗੁਰੂ ਨਾਨਕ ਸਾਹਿਬ ਦੀ। ਇਤਿਹਾਸ ਦੇ ਵਿੱਚ ਰਤਨ ਸਿੰਘ ਭੰਗੂ ਲਿਖਦੇ ਨੇ, ਸ਼੍ਰੀ ਗੁਰੂ ਗ੍ਰੰਥ ਤੂੰ ਸੱਚੀ ਹੈ ਦੇ, ਸੱਚ ਵਾਕ ਸਿੱਖਣ ਕੋ ਦੇ। ਇਹ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਸੱਚੀ ਦੇ ਹੋ, ਸਿੱਖਾਂ ਨੂੰ ਸੱਚ ਵਾਕ ਦਿਓ। ਜਦੋਂ ਕੋਈ ਨਿਸਤਾਰਾ ਕਰਨਾ ਹੁੰਦਾ ਸੀ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈਂਦੇ ਸੀ। ਸੋ ਇਸ ਕਰਕੇ ਇਹ ਵੀ ਆਪਣੇ ਖੁਸ਼ ਹੋ ਗਿਆ, ਘਰ ਵਾਲੀ ਨੂੰ ਕਹਿੰਦਾ ਹੈ ਫਟਾਫਟ ਭੋਜਨ ਤਿਆਰ ਕਰੋ। ਕਹਿਓ ਤੀ ਤੂੰ ਸਭ ਕੁਝ ਜਾਣੇ, ਭੋਜਨ ਹੋਵੇ ਜੇ ਅੰਨ ਆਹਾਨੇ। ਇਸਤਰੀ ਨੇ ਕਿਹਾ ਪਤੀ ਜੀ ਸਭ ਕੁਝ ਜਾਣਦੇ ਹੋ, ਭੋਜਨ ਤੇ ਤਾਂ ਤਿਆਰ ਕਰਾਂ ਜੇ ਘਰ ਵਿੱਚ ਅੰਨ ਹੋਵੇ। ਘਰ ਵਿੱਚ ਰੋਟੀ ਕੋਈ ਨਹੀਂ, ਗੁਰੂ ਤੇ ਆ ਗਏ ਨੇ। ਸਾਈਡ 'ਚ ਲੈ ਕੇ ਕਹਿੰਦੀ ਹੈ ਘਰ ਵਾਲੇ ਨੂੰ ਘਰ ਖਾਣ ਵਾਸਤੇ ਕੁਝ ਨਹੀਂ ਹੈ, ਮੈਂ ਰੋਟੀ ਕਾਹਦੀ ਤਿਆਰ ਕਰਾਂ। ਇਉਂ ਸੁਣ ਕੇ ਗਮ ਨਿਉ ਪੁਰਮਾਹੀ, ਜਹ ਕੋ ਜਾਚੇ ਦੇ ਸੋ ਨਾਹੀ। ਮਹਾਰਾਜ ਵੀ ਇਹਦੀ ਪ੍ਰੀਖਿਆ ਹੀ ਲੈਣ ਆਏ ਨੇ। ਕਹਿੰਦੇ ਫਿਰ ਤੁਰਿਆ ਪਿੰਡ ਦੇ ਵਿੱਚ ਮੰਗਣ ਲਈ। ਜਿਹਦੇ ਕੋਲ ਜਾਂਦਾ ਹੈ ਕੋਈ ਹੁਣ ਮੰਗਵਾ ਵੀ ਨਹੀਂ ਦੇ ਰਿਹਾ। ਦੋਹਰਾ ਸਿੱਖਣ ਮਿਸ ਇਹ ਮੰਗ ਕੇ, ਕਰਤ ਆਪਨ ਗੁਜਰਾਨ। ਸਗੋਂ ਲੋਕੀ ਕਹਿੰਦੇ ਨੇ, ਲੋਕੀ ਕਹਿਣ ਲੱਗੇ ਇਕੱਠੇ ਹੋ ਕੇ ਇਹ ਐਵੇਂ ਨਹੀਂ ਮੰਗਦਾ, ਸਾਡੇ ਤੋਂ ਸਿੱਖਾਂ ਦੇ ਨਾਂ ਤੇ ਮੰਗ ਕੇ ਲੈ ਜਾਂਦਾ ਹੈ, ਆਪਣਾ ਘਰ ਭਰੀ ਜਾਂਦਾ ਹੈ। ਇਹ ਗੁਰੂ ਜੀ ਦੀ ਹੁਣ ਕੋਈ ਮੌਜ ਹੈ। ਕਹਿੰਦੇ ਇਸ ਕਰਕੇ ਉਹਨੂੰ ਕੋਈ ਨਾ ਦੋ ਮੰਗਵੀ ਰੋਟੀ। ਅਸ ਕਹਿ ਦਿਓ ਨਾ ਕਿਛ ਤਿਸੂ, ਬੈਠਿਓ ਛੂਛਾ ਆਨ। ਕਹਿੰਦੇ ਇਸ ਕਰਕੇ ਕਿਸੇ ਨੇ ਵੀ ਕੁਛ ਨਾ ਦਿੱਤਾ, ਖਾਲੀ ਆ ਕੇ ਘਰ ਬੈਠ ਗਿਆ। ਚੌਪਈ ਤਿਸ ਦਿਨ ਰਾਜੇ ਛਿੰਝ ਪਵਾਈ, ਇਸਕੇ ਚਿੱਤ ਚਿੰਤਾ ਅਤ ਆਈ। ਕਹਿੰਦੇ ਉਸ ਦਿਨ ਉਸ ਜਿਹੜੇ ਸ਼ਹਿਰ ਦੇ ਵਿੱਚ ਉਹ ਰਹਿੰਦਾ ਸੀ, ਰਾਜੇ ਨੇ ਛਿੰਝ ਕਰਾਈ ਹੋਈ ਸੀ, ਭਾਵ ਮੱਲ ਅਖਾੜਾ ਉਸ ਦਿਨ ਹੋਣਾ ਸੀ, ਪਹਿਲਵਾਨਾਂ ਦੇ ਘੋਲ ਹੋਣੇ ਸੀ, ਤੇ ਇਹ ਚਿੰਤਾ ਦੇ ਵਿੱਚ ਵੱਜਾ ਹੋਇਆ ਸੀ। ਕਹੈ ਕਹਾਂ ਤੇ ਅੰਨ ਖਵਾਰੋ, ਤਿਕ ਮੂੰਹ ਰਹਿ ਜੇ ਬਿਨਾ ਆਹਾਰੋ। ਕਹਿੰਦੇ ਮੈਂ ਗੁਰੂ ਜੀ ਨੂੰ ਰੋਟੀ ਕਿੱਥੋਂ ਖਵਾਵਾਂ, ਮੇਰਾ ਜੀਵਨ ਧਕਾਰ ਹੈ, ਤ੍ਰਿਗ ਹੈ ਮੇਰਾ ਜੀਵਨ, ਜੇ ਮੈਂ ਗੁਰੂ ਨੂੰ ਲੰਗਰ ਨਾ ਛਕਾ ਸਕਿਆ। ਦੇਖਣ ਚੱਲੇ ਅਨੇਕ ਤਮਾਸ਼ਾ, ਬੂਝਤ ਭਇਓ ਸੋ ਨਰ ਇੱਕ ਪਾਸਾ। ਸਾਰੇ ਲੋਕ ਤਮਾਸ਼ਾ ਵੇਖਣ ਜਾ ਰਹੇ ਸੀ, ਪਹਿਲਵਾਨ ਦਾ ਅਖਾੜਾ ਲੱਗਣਾ ਸੀ, ਸਾਰੇ ਜਾ ਰਹੇ ਸੀ। ਇਹ ਪੁੱਛਦਾ ਭਾਈ ਕਿੱਧਰ ਚੱਲੇ ਹੋ। ਕਹਾਂ ਜਾਹੂ ਤਿਨ ਦੀਨ ਬਤਾਈ, ਧੂਪ ਵਹਿ ਰਹਿ ਛਿੰਝ ਪਵਾਈ। ਸਾਰੇ ਕਹਿ ਰਹੇ ਨੇ ਭਾਈ ਤੈਨੂੰ ਨਹੀਂ ਪਤਾ, ਸ਼ਹਿਰ ਦੇ ਵਿੱਚ ਰਾਜੇ ਨੇ ਅੱਜ ਅਖਾੜਾ ਹੋਣਾ ਹੈ, ਪਹਿਲਵਾਨਾਂ ਨੇ ਉੱਥੇ ਆ ਕੇ ਲੜਨਾ ਹੈ। ਸੈਸ ਰੁਪਏ ਜੀਤੇ ਲੇਵਹਿ, ਹਾਰ ਅਰਥ ਤਾਹੇ ਤੇ ਦੇਵਹਿ। ਕਹਿੰਦੇ ਨੇ ਰਾਜੇ ਨੇ ਐਲਾਨ ਕੀਤਾ ਜਿਹੜਾ ਤੇ ਜਿੱਤ ਗਿਆ ਉਹਨੂੰ 1000 ਰੁਪਇਆ ਮਿਲੇਗਾ, ਜਿਹੜਾ ਹਾਰੇਗਾ ਉਹਨੂੰ 500 ਰੁਪਇਆ ਦਿੱਤਾ ਜਾਏਗਾ। ਸੁਣ ਕੇ ਹਰਖ ਚੱਲਿਓ ਤੇ ਕਾਈ, ਯੁਕਤ ਮੱਲ ਬਹੁ ਨਰ ਇੱਕ ਠਾਈ। ਕਹਿੰਦੇ ਇਹ ਕਰਕੇ ਇਹ ਵੀ ਉਧਰ ਨੂੰ ਚੱਲ ਪਿਆ, ਚਲੋ ਵਹਿੰਨੇ ਆ ਜਾ ਕੇ। ਬੜੀ ਦੁਨੀਆ ਉੱਥੇ ਇਕੱਠੀ ਹੋਈ ਸੀ, ਦੁਨੀਆ ਪਹਿਲਵਾਨਾਂ ਦਾ ਅਖਾੜਾ ਤੱਕ ਰਹੀ ਸੀ। ਭਇਓ ਮੱਲ ਕੇ ਸਨਮੁਖ ਜਬ ਹੀ, ਤੇ ਕੋ ਦੇਖ ਹੱਸੇ ਨਰ ਸਭ ਹੀ। ਕਹਿੰਦੇ ਇਹ ਜਾ ਕੇ ਪਹਿਲਵਾਨ ਦੇ ਅਖਾੜੇ ਵਿੱਚ ਆਪ ਖਲੋਗਾ, ਕਹਿੰਦੇ ਮੈਂ ਲੜਾਂ। ਜਦੋਂ ਆਪ ਅਖਾੜੇ 'ਚ ਖਲੋਤਾ ਸਾਰੇ ਲੋਕ ਹੱਸਦੇ ਨੇ, ਇਹਨੇ ਕਿਹੜਾ ਪਹਿਲਵਾਨੀ ਕੀਤੀ ਹੈ ਕਦੇ,
ਇਹ ਹੁਣ ਕਿਵੇਂ ਲੜੇਗਾ? ਮਲ ਭੂਪ ਕੋ ਬਲੀ ਵਡੇਰਾ, ਚੂਰਨ ਕਰੇ ਸਰਬ ਤਨ ਤੇਰਾ। ਸਾਰੇ ਕਹਿਣ ਲੱਗੇ ਭਲਵਾਨ ਬੜਾ ਤਕੜਾ ਹੈ, ਤੇਰੀ ਹੱਡੀਆਂ ਦਾ ਚੂਰਾ ਬਣਾ ਦੇਣਾ ਹੈ। ਤੂੰ ਕਿਉਂ ਆਪਣੀ ਜ਼ਿੰਦਗੀ ਮੌਤ ਨੂੰ ਕਿਉਂ ਮਾਸੀ ਕਹਿ ਰਹੇ ਹੈ, ਕਿਉਂ ਮੌਤ ਨੂੰ ਸੱਦ ਰਹੇ ਹੈ? ਇਸ ਕਰਕੇ ਲੜ ਨਾ ਤੂੰ, ਇਸ ਕਰਕੇ ਤੂੰ ਕੁਸ਼ਤੀ ਨਾ ਕਰ। ਔਰ ਮੈਂ ਧਰ ਕੈ ਗਰਭ ਪੁਰੰਗਾ, ਚਾਹੋ ਲੜੈ ਕਿਹੜੀ ਸੰਗਾ। ਕਹਿੰਦੇ ਤੂੰ ਤੇ ਐਵੇਂ ਸੋਚ ਰਿਹਾ ਹੈ ਜਿਵੇਂ ਹੀਰਨ ਆਪਣੇ ਹਿਰਦੇ ਵਿੱਚ ਘਮੰਡ ਕਰਕੇ ਕਹੇ ਮੈਂ ਸ਼ੇਰ ਨੂੰ ਹਰਾ ਦੇਣਾ। ਤੂੰ ਹੀਰਨ ਜਿਵੇਂ ਹੈ, ਆਪਣੇ ਹਿਰਦੇ ਵਿੱਚ ਘਮੰਡ ਕਰਕੇ ਸ਼ੇਰ ਨਾਲ ਲੜਨ ਦੀ ਨਾ ਸੋਚ। ਤਿਸ ਬਿੰਦ ਤੈ ਕਿਆ ਮਨ ਮਹਿ ਧਾਰੀ, ਚਾਹਤ ਮਿੱਤਰ ਕੋ ਮਲ ਅਗਾਰੀ। ਕਹਿੰਦੇ ਤੂੰ ਕੀ ਮਨ ਵਿੱਚ ਧਾਰ ਲਈ ਹੈ? ਸਾਰੇ ਲੋਕ ਕਹਿ ਰਹੇ ਨੇ, ਰੋਲਾ ਪਾ ਰਹੇ ਨੇ, ਭਾਈ ਤੂੰ ਕਿਤੇ ਮਰਨਾ ਤੇ ਨਹੀਂ ਚਾਹੁੰਦਾ। ਦੋਹਰਾ ਵਰਜੋ ਤਿਸ ਕੋ ਨਹੀਂ ਰਹਿਓ, ਕਹੋ ਜਾਏ ਜੇ ਪ੍ਰਾਨ। ਕਹਿੰਦੇ ਜਾ ਕੇ ਕਹਿਣ ਲੱਗਿਆ ਕਿਸੇ ਦਾ ਵਰਜਿਆ ਰੁਕਿਆ ਨਾ। ਲੋਕਾਂ ਨੂੰ ਕਹਿੰਦਾ ਹੈ ਪ੍ਰਾਣ ਜਾਂਦੇ ਨੇ ਤੇ ਜਾਣ ਦਿਓ। ਇਸ ਤੇ ਸੁਭ ਨਹਿ ਕਾਜ ਕੋ, ਪਰ ਹਿਤ ਹੋਵੈ ਹਾਨ। ਕਹਿੰਦੇ ਕੋਈ ਗੱਲ ਨਹੀਂ, ਮੇਰੇ ਪ੍ਰਾਣ ਹੀ ਚਲੇ ਜਾਣਗੇ, ਪਰ ਘੱਟੋ ਘੱਟ ਗੁਰੂ ਨੂੰ ਲੰਗਰ ਤੇ ਮੇਰੇ ਘਰ ਦੇ ਛਕਾ ਦੇਣਗੇ। ਕੋਈ ਗੱਲ ਨਹੀਂ, ਮੈਂ ਹਾਰ ਹੀ ਜਾਵਾਂਗਾ। ਉਹ ਕਹਿੰਦੇ ਹੁੰਦੇ ਨੇ ਨਾ, ਪੜਿਆ ਜਾਂਦਾ ਮੇਰਾ ਸਿਰ ਜਾਵੇ ਤਾਂ ਜਾਵੇ, ਸਿੱਖੀ ਸਿਦਕ ਨਾ ਜਾਏ ਭਰੋਸਾ। ਕਹਿੰਦੇ ਇਸ ਕਰਕੇ ਕਹਿ ਰਹੇ ਹੈ ਕੀ ਹੋਏਗਾ, ਮਾਰੀ ਜਾਵਾਂਗੇ, ਪਰ ਘੱਟੋ ਘੱਟ ਹਾਰਾਂਗਾ। 500 ਰੁਪਏ ਮਿਲਣਗੇ, ਮੇਰੇ ਘਰ ਦੇ 500 ਰੁਪਏ ਲੈ ਜਾਣਗੇ, ਲੰਗਰ ਪਾਣੀ ਲਿਆਉਣਗੇ, ਰਾਸ਼ਨ ਲਿਆਉਣਗੇ, ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਲੰਗਰ ਛਕਾ ਦੇਣਗੇ। ਚੌਪਈ ਨਿਕਟ ਮਲ ਕੇ ਜਬ ਹੀ ਆਇਓ, ਅਵਲੋਕਿਓ ਅਸ ਬਚਨ ਲਾਇਓ। ਜਦੋਂ ਹੀ ਉਹ ਜਾ ਕੇ ਪਹਿਲਵਾਨ ਦੇ ਕੋਲ ਖਲੋਤਾ, ਪਹਿਲਵਾਨ ਉਹਨੂੰ ਵੇਖ ਕੇ ਕਹਿਣ ਲੱਗਿਆ, ਭਾਈ ਤੂੰ ਕਿਉਂ ਅਖਾੜੇ ਵਿੱਚ ਆਇਆ ਹੈ? ਤੂੰ ਕਿਉਂ ਮੌਤ ਚਾਹਤ ਬਿਨ ਆਈ, ਸੁਨਤ ਸਿੱਖ ਨੇ ਸਰਬ ਬਤਾਈ। ਕਹਿਣ ਲੱਗੇ ਤੂੰ ਬਿਨਾਂ ਆਈ ਮੌਤ ਦੇ ਕਿਉਂ ਇੱਥੇ ਆ ਗਿਆ? ਪਰ ਜਿਹੜਾ ਸਿੱਖ ਸੀ ਉਹਨੇ ਸਾਰੇ ਦੀ ਸਾਰੀ ਵਾਰਤਾ ਹੈ ਉਹ ਪਹਿਲਵਾਨ ਨੂੰ ਕੰਨ ਦੇ ਵਿੱਚ ਦੱਸ ਦਿੱਤੀ ਹੈ। ਆਏ ਸੰਤ ਨਿਕੇਤ ਹਮਾਰੇ, ਨਹੀਂ ਅੰਨ ਜੋ ਦੇਉ ਆਹਾਰੇ। ਉਹ ਕਹਿੰਦਾ ਮੇਰੇ ਘਰ ਦੇ ਵਿੱਚ ਸੰਤ ਆਏ ਨੇ, ਮੇਰੇ ਘਰ ਵਿੱਚ ਰੋਟੀ ਨਹੀਂ ਹੈ, ਮੇਰੇ ਘਰ ਦੇ ਵਿੱਚ ਗੁਰੂ ਨਾਨਕ ਆਏ ਨੇ, ਮੈਂ ਉਹਨਾਂ ਨੂੰ ਲੰਗਰ ਛਕਾਉਣ ਵਾਸਤੇ ਮੇਰੇ ਕੋਲ ਪੈਸਾ ਨਹੀਂ ਹੈ। ਜਿਨ ਕੇ ਹਿਤ ਹਉ ਲਰਨੇ ਆਇਓ, ਮ੍ਰਿਤ ਹੋਏ ਤੇ ਸੁਖ ਅਤਕਾਇਓ। ਮੈਂ ਤੇ ਉਹਨਾਂ ਵਾਸਤੇ ਲੜਨ ਆਇਆ, ਮੇਰੀ ਮ੍ਰਿਤਿੂ ਹੋ ਜਾਏਗੀ ਫਿਰ ਵੀ ਮੈਨੂੰ ਸੁੱਖ ਮਿਲੇਗਾ। ਗੁਰੂ ਦੇ ਅਰਥ, ਸ਼ੁਭ ਕਰਮ ਦੇ ਅਰਥ ਜਦੋਂ ਮ੍ਰਿਤਿੂ ਹੋ ਜਾਂਦੀ ਹੈ ਉਹਨੂੰ ਕਹਿੰਦੇ ਨੇ ਇਹ ਵੀਰ ਗਤੀ ਨੂੰ ਪ੍ਰਾਪਤ। ਸ਼ੁਭ ਕਰਮ ਦੇ ਅਰਥ, ਜਿਵੇਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਸ਼ੁਭ ਕਰਮ ਦੇ ਅਰਥ ਗਏ ਨੇ ਦਿੱਲੀ। ਸ਼ਹੀਦ ਕਿਉਂ ਕਿਹਾ ਜਾਂਦਾ ਸ਼ਹੀਦਾਂ ਨੂੰ? ਕਿਉਂਕਿ ਉਹ ਕਿਸੇ ਸ਼ੁਭ ਕਰਮ ਦੇ ਅਰਥ ਵੀਰ ਗਤੀ ਨੂੰ ਪ੍ਰਾਪਤ ਨੇ। ਮਰਦੀ ਤੇ ਦੁਨੀਆ ਬਾਰਡਰਾਂ ਤੇ ਵੀ ਲੜ ਲੜ ਕੇ ਕਰਦੇ ਨੇ, ਪਰ ਜਿਹੜੇ ਸ਼ੁਭ ਕਰਮ ਦੇ ਅਰਥ ਜਾਣ ਦੁਨੀਆ 'ਚ, ਜਿਨ੍ਹਾਂ ਦੇ ਅੰਦਰ ਕੋਈ ਫਲ ਦੀ ਇੱਛਾ ਨਾ ਹੋਏ, ਸਿਰਫ ਸ਼ੁਭ ਕਰਮ ਦੀ ਇੱਛਾ ਹੋਏ। ਸੇਵਾ ਕਰਤ ਹੋਏ ਨਹ ਕਰਮ, ਕਹਿੰਦੇ ਸੇਵਾ ਕਰਤ ਹੋਏ ਨਹ ਕਾਮੀ। ਜਿਹੜੇ ਅੰਦਰ ਨਿਸ਼ਕਾਮਤਾ ਹੋਏ, ਸ਼ੁਭ ਅੰਦਰ ਭਾਵਨਾ ਹੋਏ, ਉਹ ਜੇ ਵੀਰ ਗਤੀ ਨੂੰ ਵੀ ਪ੍ਰਾਪਤ ਹੋਏਗਾ, ਉਹਦਾ ਮਰਨਾ ਵੀ ਸਫਲ ਹੈ। ਸਾਧ ਸਾਧ ਸੁਨ ਕਾਨ ਬਖਾਨਾ, ਉੱਤਮ ਮਤ ਤੁਮ ਸੰਤ ਮਹਾਨਾ। ਉਸ ਪਹਿਲਵਾਨ ਕਹਿਣ ਲੱਗਿਆ ਸ਼ਾਬਾਸ਼ ਹੈ ਤੇਰੀ, ਸਦਕੇ ਹੈ ਤੇਰੀ ਮਤ ਤੋਂ। ਕਹਿੰਦੇ ਤੂੰ ਤੇ ਬੜੀ ਉੱਤਮ ਮਤ ਵਾਲਾ ਹੈ। ਪਰ ਸਾਰਥ ਹਿਤ ਪ੍ਰਾਨ ਨਾ ਪਿਆਰੇ, ਲਰੋ ਨਿਸੰਗ ਮੋਰ ਸੰਗਾਰੇ। ਕਹਿੰਦੇ ਇਸ ਕਰਕੇ ਕਹਿਣ ਲੱਗਿਆ ਦੂਜੇ ਦੇ ਸਵਾਰਥ ਵਾਸਤੇ, ਦੂਜੇ ਨੂੰ ਲੰਗਰ ਛਕਾਉਣ ਵਾਸਤੇ ਤੂੰ ਆਪਣੀ ਜਾਨ ਵੀ ਦੇਣ ਲੱਗਿਆ। ਇਹ ਆ ਤੇ ਸਾਕਾ ਉਦੋਂ ਹੋਇਆ ਸ਼੍ਰੀ ਨਨਕਾਣਾ ਸਾਹਿਬ ਦਾ ਪਾਵਨ ਸਾਕਾ, ਜਿੱਥੇ ਸਿੱਖ ਜਾ ਰਹੇ ਸੀ ਟ੍ਰੇਨਾਂ ਤੇ ਅੱਗੇ ਸਿੱਖ ਦੋ ਸਾਰੇ ਸਿੱਖਾਂ ਸਲਾਹ ਕੀਤੀ, ਸਾਡੇ ਵੀਰ ਭੁੱਖਣ ਭਾਰੇ ਜਾ ਰਹੇ ਨੇ, ਅਸੀਂ ਇਹਨਾਂ ਨੂੰ ਲੰਗਰ ਜ਼ਰੂਰ ਛਕਾਉਣਾ। ਅੰਗਰੇਜ਼ ਸਰਕਾਰ ਨੇ ਕਿਹਾ ਲੰਗਰ ਨਹੀਂ ਛਕਣ ਦੇਣਾ। ਕਹਿੰਦੇ ਟ੍ਰੇਨ ਤੇ ਅਸੀਂ ਰੋਕਾਂਗੇ, ਭਾਵੇਂ ਸਾਡੀਆਂ ਜੇ ਟ੍ਰੇਨ ਰੁਕੇਗੀ
ਸਾਡੀਆਂ ਲਾਸ਼ਾਂ ਦੇ ਉੱਤੇ ਰੁਕੇਗੀ, ਅਸੀਂ ਟ੍ਰੇਨ ਨਹੀਂ ਲੰਘਣ ਦੇਣੀ। ਐਸਾ ਉਹਨਾਂ ਨੇ ਕਾਮਨਾ ਕੀਤੀ, ਟ੍ਰੇਨ ਦੀ ਪਟੜੀ ਤੇ ਪੈ ਗਏ। 2 ਸਿੱਖਾਂ ਦੇ ਉੱਤੋਂ ਤੇ ਟ੍ਰੇਨ ਲੰਘੀ, ਪਰ ਉਹਨੇ ਫਿਰ ਵੀ ਟ੍ਰੇਨ ਰੋਕ ਲਈ। ਸਿੱਖ ਐਸਾ ਹੈ, ਦੂਜੇ ਨੂੰ ਲੰਗਰ ਛਕਾਉਣ ਦੇ ਹਿੱਤ ਆਪਣੀ ਜਾਨ ਗਵਾ ਦਿੰਦਾ ਹੈ। ਦੋਹਰਾ ਫਿਰੇ ਸਰਸ ਪਰ ਮਿਲ ਤਬੇ ਗਿਰਿਓ ਮਲ ਕਰ ਤਾਹੇ। ਪਰ ਵੇਖੋ ਭਲਵਾਨ ਦੇ ਦਿਲ ਦੇ ਵਿੱਚ ਗੁਰੂ ਜੀ ਨੇ ਭਾਵਨਾ ਕੈਸੀ ਭਰ ਦਿੱਤੀ। ਗੁਰੂ ਹੀ ਵਰਤ ਰਿਹਾ, ਗੁਰੂ ਮਹਾਰਾਜ ਨੇ ਉਹਦੇ ਦਿਲ ਦੇ ਵਿੱਚ ਭਾਵਨਾ ਭਰੀ। ਜਦੋਂ ਉਹ ਆਪਸ ਦੇ ਵਿੱਚ ਕੁਸ਼ਤੀ ਕਰ ਰਹੇ ਸੀ, ਭਲਵਾਨ ਥੱਲੇ ਡਿੱਗ ਗਿਆ ਆਪ। ਉਹ ਜਿਹੜਾ ਭਾਈ ਸੀ ਤਰਖਾਣ ਸਿੰਘ ਉੱਤੇ ਆ ਗਿਆ। ਗੁਰੂ ਸਾਹਿਬ ਨੇ ਉਹਦੇ ਦਿਲ ਵਿੱਚ ਦਇਆ ਭਰੀ, ਗੁਰੂ ਕਾਰਜ ਸਵਾਰਦਾ ਹੈ। ਭਲਵਾਨ ਥੱਲੇ ਡਿੱਗਿਆ, ਉਹ ਸਿੱਖ ਸੀ, ਉਹ ਉਹਦੇ ਉੱਤੇ ਆ ਗਿਆ ਹੈ। ਪਰ ਸਵਾਰਤ ਕੋ ਜਾਣ ਕੇ ਓਜ ਲੱਗਿਓ ਨਾਹੇ। ਕਹਿੰਦੇ ਦੂਜੇ ਦੇ ਸਵਾਰਥ ਨੂੰ ਸਮਝ ਕੇ ਭਲਵਾਨ ਨੇ ਜ਼ੋਰ ਹੀ ਨਹੀਂ ਲਾਇਆ। ਉਹ ਕਹਿੰਦਾ ਇਹਨੂੰ ਜ਼ਰੂਰਤ ਹੈ ਪੈਸਿਆਂ ਦੀ, ਇਹਨੂੰ ਮਿਲ ਜਾਣਾ ਚਾਹੀਦਾ ਹੈ। ਚੋਪਈ ਮਲ ਬਲੀ ਕਰ ਗਿਰਿਓ ਲਖਾਏ ਨਰ ਸਭ ਹੀ ਔਰ ਮਹਿ ਬਿਸਮਾਏ। ਕਹਿੰਦੇ ਜਦੋਂ ਉਹਨਾਂ ਵੇਖਿਆ ਇਹ ਤੇ ਬੜਾ ਵੱਡਾ ਭਲਵਾਨ ਸੀ, ਇਹ ਥੱਲੇ ਡਿੱਗ ਗਿਆ, ਜਿੰਨੇ ਵੀ ਉੱਥੇ ਲੋਕ ਖਲੋਤੇ ਸਨ ਸਾਰੇ ਦੇ ਸਾਰੇ ਬੜੇ ਹੈਰਾਨ ਹੋਏ। ਉੱਤਮ ਬਸਤਰ ਨਰੇਪਤ ਪਹਿਰਾਏ ਕਿਨਕੈ ਸਹਸ ਅਨਾਮ ਦਿਵਾਏ। ਰਾਜੇ ਨੇ ਉਹਨੂੰ ਨਾਲੇ ਦੇ ਸੋਹਣੇ ਕੱਪੜੇ ਦਿੱਤੇ, ਨਾਲੇ ਉਹ ਪੈਸੇ ਦਿੱਤੇ 1000 ਰੁਪਈਆ। ਸਿੱਖ ਉਹ 1000 ਰੁਪਈਆ ਲੈ ਕੇ ਤੁਰ ਪਿਆ ਹੈ। ਭਇਓ ਮਲ ਕੇ ਹਿਰਦੇ ਗਿਆਨਾ ਨਾਸਿਓ ਮੋਹ ਮਨੋਜ ਮਹਾਨਾ। ਪਰ ਉਹ ਜਿਹੜਾ ਉਹਨੇ ਭਲਵਾਨ ਨੇ ਵੀ ਚੰਗਾ ਕਾਰਿਆ ਕੀਤਾ, ਸ਼ੁਭ ਕਰਮ ਕੀਤਾ, ਉਹਦਾ ਉਹਨੂੰ ਫਲ ਕੀ ਮਿਲਿਆ? ਉਹਦੇ ਹਿਰਦੇ ਦੇ ਵਿੱਚ ਵੀ ਗਿਆਨ ਪੈਦਾ ਹੋ ਗਿਆ। ਲੈ ਕੇ ਸਿੱਖ ਸਦਨ ਮਹਿ ਆਇਓ ਨਾਨਾ ਬਿਦਨ ਆਹਾਰ ਕਰਾਇਓ। ਉਹ ਸਿੱਖ ਵੀ ਲੈ ਕੇ ਆਪਣੇ ਘਰ ਵਿੱਚ ਆਇਆ ਤੇ ਬੜੇ ਪ੍ਰਕਾਰ ਦੇ ਜਿਹੜੇ ਉਹਨੇ ਗੁਰੂ ਸਾਹਿਬ ਜੀ ਨੂੰ ਲੰਗਰ ਛਕਾਇਆ ਹੈ। ਆਪਾਂ ਕੱਲ ਨੂੰ ਅੱਗੇ ਵੇਖਾਂਗੇ। ਅੱਜ ਤਾਈਂ ਦੀ ਇਹ ਕਥਾ ਸਰਵਣ ਕੀਤੀ ਹੈ। ਕੱਲ ਨੂੰ ਮਹਾਰਾਜ ਇੱਕ ਸਿੱਖ ਦੇ ਘਰ ਹੋਰ ਜਾਣਗੇ ਤੇ ਉਹਦਾ ਬੱਚਾ ਵੀ ਅੱਗ ਵਿੱਚ ਡਿੱਗ ਜਾਂਦਾ, ਰੋਟੀ ਬਣਾਉਂਦੇ ਆ। ਮਹਾਰਾਜ ਉੱਤੇ ਕੀ ਕਿਰਪਾ ਕਰਦੇ ਨੇ, ਇਹ ਕੱਲ ਦੇ ਦੀਵਾਨਾਂ ਦੇ ਵਿੱਚ ਪੂਰੀ ਸਾਖੀ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਹੁਣ ਤੁਰੇ ਨੇ ਸਿੱਖਾਂ ਦਾ ਪ੍ਰੇਮ ਵੇਖਣ ਲਈ, ਵੀ ਮੈਨੂੰ ਲੰਗਰ ਛਕਾਉਣ ਦੇ ਲਈ। ਔਰ ਮਹਾਰਾਜ ਜਾ ਵੀ ਉਹਨਾਂ ਦੇ ਘਰਾਂ 'ਚ ਹੀ ਰਹੇ ਨੇ ਜਿਨ੍ਹਾਂ ਕੋਲ ਹੈ ਹੀ ਕੁਛ ਨਹੀਂ। ਰਾਤ ਦੀ ਪੱਕਦੀ ਹੈ, ਸਵੇਰ ਦਾ ਪਤਾ ਨਹੀਂ। ਇਸ ਕਰਕੇ ਮਹਾਰਾਜ ਹੁਣ ਤੁਰੇ ਨੇ, ਇੱਕ ਸਿੱਖ ਦੇ ਘਰ ਗਏ ਨੇ। ਇਹਨੇ ਤੇ ਆਪਣੀ ਜਾਨ ਤਲੀ ਤੇ ਧਰ ਕੇ ਸੀਸ, ਜਿਵੇਂ ਬਾਬਾ ਦੀਪ ਸਿੰਘ ਜੀ, ਇਹ ਉੱਥੋਂ ਹੀ ਚੱਲਿਆ ਸਾਰਾ ਕੰਮ। ਗੁਰੂ ਨਾਨਕ ਸਾਹਿਬ ਤੋਂ ਤੁਰਿਆ ਬਾਬਾ ਦੀਪ ਸਿੰਘ ਤੇ ਹੈ, ਅੱਜ ਵੀ ਹੈ। ਜਿਵੇਂ ਬਾਬਾ ਦੀਪ ਸਿੰਘ ਜੀ ਨੇ ਸੀਸ ਤਲੀ ਤੇ ਧਰਿਆ ਹਰਮੰਦਰ ਸਾਹਿਬ ਦੀ ਆਬਰੂ ਲਈ, ਹਰਮੰਦਰ ਸਾਹਿਬ ਦੀ ਰੱਖਿਆ ਦੇ ਲਈ ਆਪਣਾ ਸੀਸ ਦਿੱਤਾ। ਇਹ ਸਿੱਖ ਵੀ ਆਪਣੀ ਜਾਨ ਤਲੀ ਤੇ ਧਰ ਕੇ ਖਾੜੇ ਦੇ ਵਿੱਚ ਛਾਲ ਮਾਰੀ। ਮੇਰਾ ਜਾਏਗਾ ਤੇ ਸਰੀਰ ਜਾਏ, ਗੁਰੂ ਦਾ ਪ੍ਰੇਮ ਨਹੀਂ ਜਾਣਾ ਚਾਹੀਦਾ। ਗੁਰੂ ਮੇਰੇ ਘਰੋਂ ਆਹਾਰ ਛਕ ਕੇ ਜਾਏ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਹੋਈ ਭੁੱਲ ਚੁੱਕ ਲਈ ਖਿਮਾ ਕਰਨੀ। ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਕਰਨ, ਆਪ ਜੀ ਦੇ ਹਿਰਦਿਆਂ ਦੇ ਅੰਦਰ ਗਿਆਨ ਦਾ, ਸ਼ਰਧਾ ਦਾ ਪ੍ਰਕਾਸ਼ ਕਰਨ। ਇਸੇ ਤਰੀਕੇ ਨਾਲ ਆਪ